मैं हरजिंदर सिंह रंधावा, तुम देख रहे हो पंजाब टेलीविजन और मेरे नाल ने सीनियर जर्नलिस्ट सुरजीत भास्कर जी और सरदार हमीर सिंह जी, दोनों ਨੂੰ जी आया। बहुत बहुत शुक्रिया रंधावा जी। शुक्रिया जी, बहुत बहुत। ਅੱਜ ਗਣਤੰਤਰ ਦੀ ਸਾਰੇ ਸਰੋਤਿਆਂ ਨੂੰ ਮੁਬਾਰਕਬਾਦ। ਪੰਜਾਬ ਦੇ ਵਿੱਚ ਕਾਫੀ ਸਰਗਰਮੀ ਵਾਲਾ ਮਾਹੌਲ ਹੈ। ਨਵਜੋਤ ਸਿੰਘ ਸਿੱਧੂ ਦੇ ਸਮਰਥਕ ਪ੍ਰੈਸ ਕਾਨਫਰੰਸ ਕਰਦੇ ਨੇ, ਜਾਣਨ ਦਾ ਯਤਨ ਕਰਦੇ ਆ ਕਿ ਕੀ ਇਹ ਨਵਜੋਤ ਸਿੰਘ ਸਿੱਧੂ ਦਾ ਹੱਕ ਸੀ ਜਿਹਨੂੰ ਮਾਰਿਆ ਗਿਆ, ਜੇ ਉਹਨਾਂ ਦੀ ਰਿਹਾਈ ਨਹੀਂ ਹੁੰਦੀ ਤਾਂ ਇਹਨੂੰ ਕਿਸ ਸੰਦਰਭ 'ਚ, ਕਿਸ ਜਾਵੀਏ ਦੇ ਵਿੱਚ ਅੰਕੀਏ। ਦੂਜਾ ਮਾਮਲਾ ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਇੱਕ ਮਾਰਚ ਨਿਕਲ ਰਿਹਾ, ਕਾਫੀ ਪ੍ਰਭਾਵਸ਼ਾਲੀ ਦਿੱਖ ਨਾਲ ਇਹ ਮਾਰਚ ਮੁਹਾਲੀ ਦੇ ਨੇੜੇ ਨੇੜੇ ਅੱਗੇ ਵੱਧ ਰਿਹਾ ਔਰ ਇਹਦੇ ਵਿੱਚ ਵੀ ਅੱਜ 2-3 ਪੱਖ ਨੇ। ਗਜਿੰਦਰ ਸਿੰਘ ਸ਼ਿਕਾਵਤ ਜਦੋਂ ਸਿੰਘ ਸਾਹਿਬ ਨੂੰ ਮਿਲਦੇ ਨੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਤੇ ਉਹ ਇੱਕ ਫਾਰਮ ਸਾਈਨ ਕਰਾਉਂਦੇ ਜਿਹਦੇ ਵਿੱਚ ਬੰਦੀ ਸਿੱਖਾਂ ਦੀ ਰਿਹਾਈ ਦਾ ਮਾਮਲਾ ਹੈ। ਇਹਦੇ ਵਿੱਚ ਇੱਕ ਹੋਰ ਪੇਚ ਉਦੋਂ ਆ ਜਾਂਦਾ ਜਦੋਂ ਉਹ ਇਹ ਕਹਿੰਦੇ ਨੇ ਕਿ 11 ਬੰਦੀ ਸਿੱਖਾਂ ਦੀ ਇੱਕ ਲਿਸਟ ਪ੍ਰਧਾਨ ਮੰਤਰੀ ਨੂੰ ਦਿੱਤੀ ਗਈ ਸੀ, ਜਿਹਦੇ ਵਿੱਚੋਂ ਸਿਰਫ ਹੁਣ 2 ਅੰਦਰ ਹੈ, ਬਾਕੀ ਸਾਰੇ ਆ ਗਏ ਆ। ਜਦੋਂ ਕੋਈ ਹੋਰ ਲਿਸਟ ਵੀ ਆਏਗੀ ਕੇਂਦਰ ਤੁਰੰਤ ਉਹਦੇ ਤੇ ਲੋੜੀਂਦੀ ਕਾਰਵਾਈ ਕਰੇਗਾ। ਪਰ ਜਿਹੜਾ ਮੋਰਚਾ ਚੰਡੀਗੜ੍ਹ ਦੇ ਬਾਰਡਰ ਤੇ ਚੱਲਦਾ ਉਹਦੇ ਵਿੱਚ ਇੱਕ ਲਿਸਟ ਲਗਾਈ ਹੋਈ ਹੈ ਜਿਹੜੇ ਲੋਕ ਸਜ਼ਾਵਾਂ ਕੱਟ ਚੁੱਕੇ ਔਰ ਅੰਦਰ ਨੇ। ਜਦੋਂ ਅੱਜ ਸਿੱਧੂ ਦੀ ਰਿਹਾਈ ਦੇ ਉੱਤੇ ਸਿਆਸਤ ਹੋ ਰਹੀ ਸੀਗੀ ਤਾਂ ਬਹੁਤ ਸਾਰੀਆਂ ਧਿਰਾਂ ਇਹ ਪੁੱਛ ਰਹੀਆਂ ਸੀਗੀਆਂ ਕਿ ਬੰਦੀ ਸਿੱਖਾਂ ਦੇ ਉੱਤੇ ਕੋਈ ਸਿਆਸੀ ਕਿਉਂ ਨਹੀਂ ਜ਼ਿਆਦਾ ਬੋਲਦੇ। ਹਾਲਾਂਕਿ ਹਰਸਿਮਰਤ ਕੌਰ ਬਾਦਲ ਨੇ ਇਸ ਮਾਮਲੇ 'ਚ ਗਜਿੰਦਰ ਸਿੰਘ ਸ਼ੇਖਾਵਤ ਨੂੰ ਨਿਸ਼ਾਨੇ ਤੇ ਕੱਲ ਲਿਆ ਸੀਗਾ ਕਿ ਤੁਸੀਂ ਸਾਈਨ ਨਾ ਕਰੋ, ਤੁਸੀਂ ਸਾਈਨ ਰਿਹਾਈ ਲਈ ਕਰੋ। ਇੱਥੇ ਇਹ ਵੀ ਸਵਾਲ ਬਹੁਤ ਅਹਿਮ ਹੋ ਜਾਂਦਾ ਹੈ ਕਿ ਕੀ ਕਿਸੇ ਕੈਬਨਿਟ ਦੀ ਮੀਟਿੰਗ 'ਚ, ਪਿਛਲੀ ਮੀਟਿੰਗ ਦੇ ਵਿੱਚ ਬੰਦੀ ਸਿੱਖਾਂ ਦੇ ਸਮਾਨਾਂਤਰ ਰਿਹਾਈ ਦਾ ਇਹ ਦਿਨ, ਜਦੋਂ 50 ਦੇ ਕਰੀਬ ਲੋਕਾਂ ਦੀ ਰਿਹਾਈ ਦਾ ਇੱਕ ਪ੍ਰਪੋਜ਼ਲ ਸੀ, ਇਹਦੇ ਉੱਤੇ ਗੱਲ ਕਰਦਿਆਂ ਕੈਬਨਿਟ ਦੇ ਵਿੱਚ ਕੋਈ ਇਹ ਥਾਟ ਆਇਆ, ਅੱਗੇ ਵਧਾਇਆ ਗਿਆ ਕਿ ਜੇ ਇਸ ਦਿਨ ਸਿੱਧੂ ਜਾਂ ਬਾਕੀ ਲੋਕ ਛੱਡੇ ਜਾਂਦੇ ਆ ਤੇ ਜਿਹੜਾ ਮੋਰਚਾ ਲੱਗਿਆ ਜਾਂ ਵਿਰੋਧੀ ਪਾਰਟੀਆਂ ਨੇ ਉਹ ਸਰਕਾਰ ਦੇ ਨੱਕ 'ਚ ਦਮ ਕਰ ਦੇਣਗੀਆਂ ਕਿ ਤੁਸੀਂ ਸੁਹਿਰਦ ਨਹੀਂ, ਜਿਹੜੇ ਸਾਲਾਂ ਤੋਂ ਦਹਾਕਿਆਂ ਤੋਂ ਅੰਦਰ ਨੇ ਉਹਨਾਂ ਨੂੰ ਰਿਹਾ ਕਰਨ ਸੰਬੰਧੀ ਇਹ 2-3 ਸਵਾਲ ਅੱਗੇ ਵੱਧਦੇ ਰਹੇ ਨੇ। ਔਰ ਆਖਰ ਦੇ ਵਿੱਚ ਇੱਕ ਹੋਰ ਖਬਰ ਸਰਕਲ ਹੋ ਰਹੀ ਆ, ਘੁੰਮ ਰਹੀ ਆ, ਜਿਹਦੇ ਵਿੱਚ ਇਹ ਕਿਹਾ ਗਿਆ ਕਿ ਕੀ ਗਵਰਨਰ ਨੇ ਕੋਈ ਪੰਜਾਬ ਸਰਕਾਰ ਦੀ ਜਵਾਬ ਤਲਬੀ ਕੀਤੀ ਆ। ਅਧਿਕਾਰੀਆਂ ਦੀਆਂ ਮੀਟਿੰਗਾਂ 'ਚ ਗੈਰ ਅਧਿਕਾਰਤ ਵਿਅਕਤੀਆਂ ਦੀ ਸ਼ਮੂਲੀਅਤ ਨੂੰ ਲੈ ਕੇ ਇਹਨਾਂ ਸਾਰੇ ਪੱਖਾਂ ਨੂੰ ਵਧਾਉਣੇ ਅੱਗੇ। ਸਰਦਾਰ ਹਮੀਰ ਸਿੰਘ ਜੀ, ਤੁਸੀਂ ਉਹ ਪ੍ਰੈਸ ਕਾਨਫਰੰਸ ਦੇਖ ਲਈ ਹੋਣੀ ਆ ਜਿਹੜੀ ਨਵਜੋਤ ਸਿੰਘ ਸਿੱਧੂ ਦੀ ਪਟਿਆਲਾ ਰਹਿائش ਤੇ ਹੋਈ ਆ। ਕਾਫੀ ਪੁਰਾਣੇ ਕਾਂਗਰਸੀ ਸੀ, ਦੁੱਲੋ ਸਾਹਿਬ, ਕੇਪੀ ਸਾਹਿਬ, ਨਵਤੇਜ ਚੀਮਾ ਤੇ ਹੋਰ ਬਹੁਤ ਸਾਰੇ, ਅਸ਼ਵਨੀ ਸੇਖੜੀ ਵਰਗੇ ਕਦਾਵਰ ਲੋਕ ਸੀਗੇ। ਉਹ ਜੋ ਕਹਿ ਰਹੇ ਨੇ, ਤੁਸੀਂ ਇਹਨੂੰ ਕਿਵੇਂ ਦੇਖਦੇ ਹੋ? ਕੀ ਨਵਜੋਤ ਸਿੰਘ ਸਿੱਧੂ ਦਾ ਕੋਈ ਹੱਕ ਮਾਰਿਆ ਗਿਆ? ਸਰਕਾਰ ਨੂੰ ਉਹਨਾਂ ਨੂੰ ਹਰ ਹਾਲ 'ਚ ਰਿਹਾ ਸੰਵਿਧਾਨਕ ਤੌਰ ਤੇ ਕਰਨਾ ਹੀ ਕਰਨਾ ਸੀ, ਜਾਂ ਇਹ ਸਰਕਾਰ ਦੇ ਵਿਵੇਕ ਤੇ ਹੁੰਦਾ ਹੈ ਕਿ ਉਹਨਾਂ ਨੇ ਕਿਹਨਾਂ ਨੂੰ ਛੱਡਣਾ ਹੈ, ਕਿਹਨਾਂ ਨੂੰ ਨਹੀਂ ਛੱਡਣਾ, ਪ੍ਰਕਿਰਿਆ ਕਿਵੇਂ ਪੂਰੀ ਹੁੰਦੀ ਆ। ਹਾਲਾਂਕਿ ਅਮਨ ਅਰੋੜਾ ਆਪਣੇ ਸਮਾਰੋਹ ਤੋਂ ਬਾਅਦ ਇਹ ਗੱਲ ਪ੍ਰੈਸ ਨੂੰ ਕਹਿ ਰਹੇ ਸੀਗੇ ਕਿ ਕੈਬਨਿਟ 'ਚ ਮਾਮਲੇ ਜਾਣੇ ਹੁੰਦੇ, ਕੈਬਨਿਟ ਕਾਫੀ ਦੇਰ ਤੋਂ ਹੋਈ ਨਹੀਂ ਔਰ ਇਸ ਕਰਕੇ ਹੁਣ ਜਦੋਂ 3 ਨੂੰ ਹੋਏਗੀ ਦੇਖਦੇ ਆ ਕਿਹੜੇ ਏਜੰਡੇ ਉਸ ਕੈਬਨਿਟ 'ਚ ਆਉਂਦੇ ਆ। ਇਹ ਕਾਫੀ ਵੱਡਾ ਵਿਵਾਦ ਪੈਦਾ ਹੋ ਗਿਆ। ਸੱਚਮੁੱਚ ਸਿੱਧੂ ਦਾ ਹੱਕ ਮਾਰ ਲਿਆ ਗਿਆ? ਜੇ ਸਿੱਧੂ ਦਾ ਹੱਕ ਮਾਰ ਲਿਆ ਗਿਆ ਤੇ ਫਿਰ ਬੰਦੀ ਸਿੱਖ ਜਿਹੜੇ ਦਹਾਕਿਆਂ ਤੋਂ ਅੰਦਰ ਨੇ ਉਹਨਾਂ ਦੇ ਹੱਕ ਹਕੂਕਾਂ ਦੀ ਕੀ ਗੱਲ ਹੋਊਗੀ? ਇਹ ਸਾਰੇ ਮਾਮਲੇ ਅੱਗੇ ਵਧਾਏ। ਇੱਕ ਤਾਂ ਜਿਹੜਾ ਨਾਰਮਲ ਟ੍ਰੈਂਡ ਹੈ ਕਿ 15 ਅਗਸਤ ਹੋਵੇ, 26 ਜਨਵਰੀ ਹੋਵੇ, ਸਰਕਾਰਾਂ ਕੁਝ ਸ਼ਰਤਾਂ ਤਹਿਤ ਜਾਂ ਕੁਝ ਨਾ ਕੁਝ ਇੱਕ ਪਾਲਿਸੀ ਬਣਾ ਕੇ ਰਿਲੀਫ ਦਿੰਦੀਆਂ ਰਹੀਆਂ ਨੇ। ਉਹ ਕੋਈ ਵੀ ਕੈਦੀ ਹੋਣ, ਉਹ ਕੋਈ ਪੋਲੀਟੀਕਲ ਕੈਦੀ ਹੋ ਸਕਦਾ, ਕੋਈ ਨਾਨ ਪੋਲੀਟੀਕਲ ਕੈਦੀ ਹੋ ਸਕਦਾ, ਇੱਕ ਨਾਰਮਲ ਪਾਲਿਸੀ ਹੈ। ਔਰ ਜਦੋਂ ਪਾਲਿਸੀ ਬਣ ਜਾਂਦੀ ਹੈ ਕੋਈ, ਤਾਂ ਹਰ ਸਟੇਟ ਦੇ ਉਸ ਦਾਇਰੇ 'ਚ ਆਉਣ ਵਾਲੇ ਬੰਦੇ ਇਹ ਆਸ ਕਰਦੇ ਨੇ, ਇਹ ਉਮੀਦ ਕਰਦੇ ਨੇ ਕਿ ਮੇਰੀ ਸਟੇਟ ਦੀ ਗਵਰਨਮੈਂਟ ਵੀ ਮੈਨੂੰ ਇਹਦੇ ਤੇ ਰਾਹਤ ਦੇਗੀ ਇਸ ਪੱਧਰ ਦੀ। ਸਿੱਧੂ ਦਾ ਮਾਮਲਾ ਬੀਇੰਗ ਏ ਪੋਲੀਟੀਕਲ ਲੀਡਰ ਵੱਡਾ ਬਣ ਗਿਆ। ਮਾਹੌਲ ਇੱਕ ਕਾਂਗਰਸ ਦਾ ਅੰਦਰੂਨੀ ਵੀ ਆਪਸ ਦੇ ਵਿੱਚ ਕਲੈਸ਼ ਚੱਲ ਰਿਹਾ, ਉਹਦੇ ਤੋਂ ਵੀ ਵੱਡਾ ਬਣ ਗਿਆ। ਜਿਵੇਂ ਇੱਕ ਗਰੁੱਪ ਜਿਹੜਾ ਕਹਿੰਦਾ ਮੈਂ ਸਿੱਧੂ ਨਾਲ ਖੜਾ, ਦੂਜਾ ਗਰੁੱਪ ਥੋੜਾ ਜਿਹਾ ਦੂਜੀਆਂ ਆਵਾਜ਼ਾਂ ਵੀ ਆਉਂਦੀਆਂ ਰਹੀਆਂ ਨੇ। ਜਿਵੇਂ ਪ੍ਰਧਾਨ ਪੰਜਾਬ ਕਾਂਗਰਸ ਨੇ ਆਪਣਾ ਇੱਕ ਬਿਆਨ ਦਿੱਤਾ ਸੀ ਕਿ ਅਸੀਂ ਮੰਗ ਕੇ ਨਹੀਂ ਲੈਣਾ ਕੁਛ, ਸਾਨੂੰ ਤਾਂ ਐ ਚਾਹੀਦਾ ਹੈ। ਔਰ ਇਸੇ ਤਰ੍ਹਾਂ ਇੱਕ ਸਾਬਕਾ MLA ਜੀਰਾ ਨੇ ਤਾਂ ਜਮਾ ਹੀ ਐ ਕਹਿੰਦਾ ਸੀ ਪੂਰੀ ਕਰਕੇ ਹੀ ਬਾਹਰ ਆਓ ਜੀ, ਐ ਲੱਗੇਗਾ ਤੁਸੀਂ ਸਰਕਾਰ ਨਾਲ ਮਿਲ ਗਏ ਹੋ। ਮਤਲਬ ਇੱਕ ਤਾਂ ਕਾਂਗਰਸ ਦੇ ਵਿੱਚ ਪਰ ਲਗਾਤਾਰ ਚੱਲਦਾ ਰਿਹਾ। ਇਹ ਗੱਲ ਬੜੀ ਅਜੀਬ ਲੱਗਦੀ ਹੈ ਕਿ ਜਦੋਂ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਨਵਤੇਜ ਚੀਮਾ ਜਿਹੜੇ ਨਵਜੋਤ ਸਿੱਧੂ ਦੇ ਕਰੀਬੀ ਮੰਨੇ ਜਾਂਦੇ ਨੇ, ਉਹ ਕਹਿੰਦੇ ਰਾਤ
ਜੇਲ੍ਹ ਸੈਕਟਰੀ ਨੇ 11 ਵਜੇ ਕਲੀਅਰ ਕੀਤਾ ਇਹ ਗੱਲ ਵੀ ਇਹ ਫਾਈਲ ਤਾਂ ਜੀ ਕਿਤੇ ਹੁਣ ਨਹੀਂ ਜਾਣੀ। ਅਸੀਂ 2:30 ਵਜੇ ਲੋਕਾਂ ਨੂੰ ਸੁਨੇਹੇ ਲਾਏ ਨੇ ਜਿਹੜੇ ਵੱਡੇ ਗਿਣਤੀ ਚ ਆਉਣਾ ਚਾਹੁੰਦੇ ਸੀਗੇ ਸਿੱਧੂ ਦੇ ਰਿਹਾਈ ਲਈ, ਵੀ ਇੰਨਾ ਕਲੋਜ਼ ਸਾਨੂੰ ਕਿਉਂ ਭੰਬਲ ਭੂਸੇ ਚ ਰੱਖਿਆ ਗਿਆ, ਸਰਕਾਰ ਇਹੋ ਜਿਹਾ ਕੀ ਕਰਨ ਜਾ ਰਹੀ ਸੀ ਕੀ ਨਹੀਂ ਹੈ। ਔਰ ਇਹ ਗੱਲ ਠੀਕ ਹੈ ਕਿ ਕਾਫੀ ਲੰਮੇ ਸਰਕਾਰ ਕੁਝ ਨਹੀਂ ਬੋਲੀ ਇਹਦੇ ਤੇ, ਔਰ ਨਾਰਮਲੀ ਚੀਫ ਮਿਨਿਸਟਰ ਦਾ ਬਿਆਨ ਦੇ ਦਿੰਦੇ ਨੇ, ਜਿਵੇਂ ਖੱਟਰ ਉਹਨਾਂ ਨੇ ਦਿੱਤਾ, ਵੱਖ-ਵੱਖ ਨੇ ਦਿੱਤਾ ਕਿ ਅਸੀਂ ਆਹ ਕਰ ਰਹੇ ਹਾਂ, ਆਹ ਸਾਡਾ ਇੱਕ ਸੈਟਅਪ ਹੈ। ਕੇਵਲ ਨਵਜੋਤ ਸਿੱਧੂ ਨਹੀਂ, ਜੇ ਦੇਖਿਆ ਜਾਏ ਕਿ ਪੰਜਾਬ ਦੀ ਸਰਕਾਰ 51 ਬੰਦਿਆਂ ਨੂੰ, ਨਵਜੋਤ ਸਿੱਧੂ ਕੱਢ ਵੀ ਦਿਓ, ਬਾਕੀ 50 ਨੂੰ ਵੀ ਰਿਲੀਫ ਦੇਣ ਚ ਨਾਕਾਮ ਰਹੀ। ਜੇ ਸਰਕਾਰ ਨਾਕਾਮ ਨਹੀਂ ਰਹੀ ਆਪਣੇ ਪੱਧਰ ਦੇ ਉੱਤੇ ਤਾਂ ਉਹ ਕਿਸੇ ਦਾ ਹੋਰ ਐਲੀਗੇਸ਼ਨ ਲਾਏ ਕਿ ਅਸੀਂ ਤਾਂ ਭੇਜਿਆ ਹੋਇਆ ਸੀ, ਇਸ ਸਮੇਂ ਚ ਸਮਾਂ ਰਹਿੰਦੇ ਅਕੋਰਡਿੰਗ ਟੂ ਰੂਲ ਸੀ, ਸਾਰਾ ਪ੍ਰੋਸੈਸ ਅਸੀਂ ਪੂਰਾ ਕੀਤਾ, ਸਮੇਂ ਦੇ ਵਿੱਚ ਫਲਾਣੇ ਬੰਦੇ ਨੇ ਨਹੀਂ ਕੀਤਾ। ਅਜੇ ਤੱਕ ਸਰਕਾਰ, ਇਹ ਸਰਕਾਰ ਦੀ ਜ਼ਿੰਮੇਵਾਰੀ ਇੱਕ ਬਣਦੀ ਹੈ। ਪਰ ਨਾਲ ਦੀ ਨਾਲ ਦੂਜੀ ਗੱਲ ਇਹ ਹੈ ਕਿ ਇਹ ਕਿਸੇ ਦਾ ਹੱਕ ਨਹੀਂ ਹੁੰਦਾ ਇਸ ਪੱਧਰ ਦੇ ਉੱਤੇ ਕਿ ਲਾਜ਼ਮੀ ਕਿਹੜਾ, ਉਹਦੇ ਚੋਂ ਵੀ ਸਰਕਾਰ ਬਚਦੀ ਹੈ, ਕੈਦੀ ਤਾਂ ਬਹੁਤ ਨੇ, ਸਾਰੇ ਕੈਦੀਆਂ ਚੋਂ ਕਿਹੜੇ ਦਾ ਨਾਮ ਆਉਣਾ ਕਿਹੜੇ ਦਾ ਨਹੀਂ ਆਉਣਾ ਉਹ ਸਕਰੀਨਿੰਗ ਕਰਦੀ ਹੈ, ਸਕਰੀਨਿੰਗ ਕਮੇਟੀ ਬੈਠਦੀ ਹੈ, ਕਿਹਨੂੰ ਲਿਆਉਣਾ। ਹੁਣ 51 ਹੀ ਕਿਉਂ, ਹੋਰ ਵੀ ਤਾਂ ਬਹੁਤ। ਹਰਿਆਣੇ ਵਾਲਿਆਂ ਨੇ ਕੀ ਕਰਤਾ ਹੈ ਕਿ ਜਿਹਨੇ 20 ਸਾਲੀ ਹੋਈ ਹੈ 10 ਸਾਲ ਤੋਂ ਬਾਅਦ ਉਹਦਾ 90 ਦਿਨ, ਜਿਹੜਾ ਉਦੋਂ ਘੱਟ ਵਾਲੇ ਹੋਏ ਆ ਉਹਨੂੰ 30 ਦਿਨ, ਸਭ ਨੂੰ ਹੀ ਦੇਤੇ ਵੀ ਇੰਨੇ ਦਿਨ ਤਾਂ ਅਸੀਂ ਸਭ ਨੂੰ ਦੇਵਾਂਗੇ, ਬਾਕੀ ਜਿਹੜੀ ਰਿਲੀਫ ਆ ਉਹ ਅਲੱਗ ਟਾਈਪ ਦੀ ਹੋ ਸਕਦੀ ਹੈ ਉਹ ਮੰਗ। ਇਸ ਕਰਕੇ ਇਹਦੇ ਚ ਸਰਕਾਰ ਦੀ ਜਿਵੇਂ ਕਹਿੰਦੇ ਆ ਵੀ ਡਿਸਕ੍ਰਿਸ਼ਨਰੀ ਪਾਵਰ ਹੁੰਦੀ ਹੈ, ਸੋ ਉਹਦੀ ਇੱਛਕ ਪਾਵਰ ਹੁੰਦੀ ਹੈ ਕਿ ਉਹ ਕਿਹਨਾਂ ਨੂੰ ਛੱਡਣਾ ਚਾਹੁੰਦੀ ਹੈ ਇਸ ਸਾਰੇ ਮਾਹੌਲ ਚ, ਕੁਝ ਉਹ ਸ਼ਰਤਾਂ ਦੇ ਤੌਰ ਤੇ। ਪਰ ਅੱਜ ਜਿਹੜੀ ਪ੍ਰੈਸ ਕਾਨਫਰੰਸ ਉਸ ਲੈਵਲ ਤੇ ਹੋਈ ਕਿਉਂਕਿ ਇੱਕ ਉਮੀਦ ਬਣਦੀ ਹੈ। ਔਰ ਦੂਜੀ ਗੱਲ, ਸਿੱਧੂ ਦਾ ਕੇਸ ਵੀ ਬੜਾ ਪੁਰਾਣਾ ਕੇਸ ਔਰ ਹੋਰ ਟਾਈਪ ਦਾ ਸੀ, ਇਹਦੇ ਚ ਕੋਈ ਉਹਨਾਂ ਉਸ ਲੈਵਲ ਦੀ ਕ੍ਰਿਮੀਨੈਲਿਟੀ ਜਿਹੜੀ ਦਿਖਾਈ ਹੁੰਦੀ ਹੈ ਨਾ ਕਿ ਸਾਜ਼ਿਸ਼ ਦੇ ਤਹਿਤ ਜਾਂ ਬਾਕੀ ਇੱਕ ਸੰਗੀਨ ਜੁਰਮ ਜਿਹਨੂੰ ਉਸ ਲੈਵਲ ਤੇ ਕਹਿੰਦੇ ਹੋ, ਉਹ ਲੋਕਾਂ ਦੀ ਨਜ਼ਰ ਦੇ ਵਿੱਚ ਇੱਕ ਦਿਖਾਈ ਦੇ ਰਿਹਾ ਕਿ ਓਡਾ ਸੰਗੀਨ ਨਹੀਂ, ਠੀਕ ਹੈ ਭੁਗਤਣੀ 66% ਸਜ਼ਾ ਪੂਰੀ ਹੋ ਗਈ ਤੇ ਛੱਡ ਤੋਂ ਜੀ। ਬਾਕੀ 50 ਬੰਦਿਆਂ ਦੀ ਗੱਲ ਕੋਈ ਕਿਉਂ ਨਹੀਂ ਕਰ ਰਿਹਾ ਪੂਰੀ ਸਟੇਟ ਦੇ ਵਿੱਚ ਵਿਚਾਰਿਆਂ ਦੀ, ਜਿਹੜੇ ਨਾਰਮਲ ਬੰਦੇ ਨੇ ਆਲੇ ਦੁਆਲੇ ਨੇ। ਜੇ ਕਾਂਗਰਸ ਵੀ ਇਕੱਲੇ ਸਿੱਧੂ ਦੀ ਬਜਾਏ ਨਾ ਬਾਕੀ ਦੀ ਵੀ ਨਾਲ ਕਰਦੀ ਉਸੇ ਗੱਲ ਤੇ ਜਿਹਦਾ ਅੱਜ ਕਰ ਰਹੀ ਹੈ। ਅੱਜ ਪ੍ਰੈਸ ਕਾਨਫਰੰਸ ਇਹ ਕਿਹਾ ਵੀ ਸਿੱਧੂ ਦੇ ਨਾਂ ਤੇ ਧੱਕਾ ਹੋਇਆ ਜੀ। ਪਰ ਐਸੇ ਕਾਨਫਰੰਸ ਚ ਮੈਂ ਇੱਕ ਗੱਲ ਜੋੜਨਾ ਚਾਹੁੰਦਾ ਕਿ ਕਾਂਗਰਸ ਦੀ ਧੜੇਬੰਦੀ ਵੀ ਦਿਖਾਈ ਦਿੱਤੀ ਹੈ ਬੁਰੀ ਤਰ੍ਹਾਂ। ਅੱਜ ਜਿਹੜੇ ਬੰਦੇ ਆਏ ਨੇ, ਸ਼ਮਸ਼ੇਰ ਸਿੰਘ ਦੂਲੋਂ ਆਏ ਨੇ, ਜਿਹੜੇ ਮਹਿੰਦਰ ਸਿੰਘ KP ਆਏ ਨੇ, ਸੇਖੜੀ ਹੋਣੀ ਆਏ ਨੇ, ਨਵਤੇਜ ਚੀਮਾ ਆਇਆ, ਰਜਿੰਦਰ ਸਿੰਘ ਲਾਲ ਸਿੰਘ ਦਾ ਬੇਟਾ ਜਿਹੜਾ ਸਾਬਕਾ MLA ਸੀ ਉਹ ਆਇਆ, ਔਰ ਡਿਫਰੈਂਟ ਦੇ ਜਿਹੜੇ ਬੰਦੇ ਨੇ, ਔਰ ਇਹ ਉਹ ਨੇ ਜਿਹੜੇ ਆਪਣੇ ਆਪ ਨੂੰ ਮੇਨ ਸਟ੍ਰੀਮ ਨਾਲੋਂ ਦੂਰ ਫਿਰ, ਔਰ ਈਵਨ ਬੋਲਿਆ ਗਿਆ ਇਹ ਗੱਲ, ਬੋਲਿਆ ਇਹ ਗਿਆ ਸ਼ਮਸ਼ੇਰ ਸਿੰਘ ਦੂਲੋਂ ਵੱਲੋਂ ਕਿ ਇਹ ਬੰਦਿਆਂ ਨੂੰ ਜਿਹੜਾ ਬਹੁਤ ਛੋਟੀ ਉਮਰ ਚ ਪ੍ਰਧਾਨ ਬਣ ਗਿਆ ਉਹਨੂੰ ਹਮਦਰਦੀ ਪ੍ਰਗਟ ਕਰਨੀ ਚਾਹੀਦੀ ਸੀ, ਵਿਰੋਧ ਚ ਨਹੀਂ ਖੜਾ ਹੋਣਾ ਚਾਹੀਦਾ। ਤੈਨੂੰ ਵੀ ਉੱਪਰੋਂ ਹੀ ਬਣਾਇਆ ਗਿਆ ਦਿੱਲੀ ਤੋਂ, ਤੇ ਸਿੱਧੂ ਨੂੰ ਵੀ ਉੱਪਰੋਂ ਹੀ ਬਣਾਇਆ ਗਿਆ ਸੀ, ਇਸ ਲਈ ਤੂੰ ਵੀ ਆਪਣੇ ਆਪ ਨਹੀਂ ਬਣਿਆ। ਬਾਕੀ ਮਤਲਬ ਉਸ ਪ੍ਰੈਸ ਕਾਨਫਰੰਸ ਚ ਕਹਿ ਦੇਣਾ ਖੜ ਕੇ ਕਿ ਜਿਹੜੇ ਬੰਦੇ ਸਿੱਧੂ ਦਾ ਵਿਰੋਧ ਕਰਦੇ ਨੇ ਅਸਲ ਚ ਸਿੱਧੂ ਤੋਂ ਡਰਦੇ ਨੇ ਸਾਡੇ ਅੰਦਰਲੇ ਵੀ, ਪੰਜਾਬ ਦੀ ਸਰਕਾਰ ਵੀ, ਕੇਂਦਰ ਦੀ ਸਰਕਾਰ ਵੀ। ਇਸ ਡਰ ਨੇ ਇਹ ਰਿਹਾਈ ਰੋਕਤੀ। ਔਰ ਬਾਕੀ ਨੂੰ ਤਾਂ ਚਲੋ ਕਹਿਣਾ ਠੀਕ ਗੱਲ ਹੈ, ਜਿਹੜੀ ਕਾਂਗਰਸ ਦੇ ਅੰਦਰ ਦਾ ਡਰ ਹੈ ਇਹਦਾ ਮਤਲਬ ਇਹ ਗੱਲ ਇਹ ਹੈ ਕਿ ਕਾਂਗਰਸ ਦੇ ਅੰਦਰ ਅਜੇ ਗੁੱਟਬਾਜੀ ਬੜੇ ਵੱਡੇ ਪੱਧਰ ਤੇ ਹੈ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਬਹੁਤੀ ਸੈਟਲ ਹੋਣ ਦੀ ਸੰਭਾਵਨਾ ਇਸ ਪੱਧਰ ਤੇ ਦਿਖਾਈ ਨਹੀਂ ਦੇ ਰਹੀ। ਇੱਥੇ ਲਾਲ ਸਿੰਘ ਹੋਣਾ ਦਾ ਇਹ ਵੀ ਦਰਦ ਵੀ ਜਿਨ੍ਹਾਂ ਨੇ ਰਾਜਾ ਵੜਿੰਗ ਨੂੰ ਬਣਾਇਆ ਉਹਨਾਂ ਨੇ ਸਿੱਧੂ ਨੂੰ ਬਣਾਇਆ, ਤੇ ਉਹਨਾਂ ਨੇ ਕਦੇ ਮੈਨੂੰ ਵੀ ਬਣਾਇਆ ਸੀ ਤੇ ਮਹਿੰਦਰ ਸਿੰਘ KP ਨੂੰ ਵੀ ਬਣਾਇਆ ਸੀ, ਇਹ ਵੀ ਸਵਾਲ ਉਹਨਾਂ ਉਠਾਇਆ। ਵੈਸੇ ਭਾਸਕਰ ਸਾਹਿਬ, ਜਿਸ ਤਰੀਕੇ ਨਾਲ ਹਮੀਰ ਸਿੰਘ ਜੀ ਨੇ ਦੱਸਿਆ ਹੈ ਕਿ ਨਵਤੇਜ ਚੀਮਾ ਨੇ ਕਿਸੇ ਜੇਲ੍ਹ ਅਧਿਕਾਰੀ ਬਾਰੇ ਇਹ ਕਿਹਾ ਕਿ ਉਹਨਾਂ ਨੇ ਰਾਤੀ 11 ਵਜੇ ਕਲੀਅਰ ਕੀਤਾ ਕਿ ਸਿੱਧੂ ਸਾਹਿਬ ਦੀ ਫਾਈਲ ਦਾ ਕੁਝ ਨਹੀਂ ਬਣਿਆ। ਕੀ ਕਿਸੇ ਅਧਿਕਾਰੀ ਨੇ ਸਿੱਧੂ ਪਰਿਵਾਰ ਜਾਂ ਚੀਮਾ ਹੋਰਾਂ ਨੂੰ ਇਹ ਪਹਿਲਾਂ ਦੱਸਿਆ ਸੀ ਕਿ ਕੁਝ ਹੋ ਰਿਹਾ, ਜਿਹਦੇ ਕਾਰਨ ਹੋਰਡਿੰਗ ਲੱਗੇ, ਜਿਹਦੇ ਕਾਰਨ ਲੋਕਾਂ ਨੂੰ ਸੁਨੇਹੇ ਲਾਏ ਗਏ, ਜਿਹਦੇ ਕਾਰਨ ਲੱਖਾਂ ਦੇ ਇਕੱਠ ਦੀ ਗੱਲ ਹੋ ਰਹੀ ਸੀਗੀ? ਤੇ ਇਹਦੇ ਉੱਤੇ ਹੀ ਇੱਕ ਹੋਰ ਸਵਾਲ ਆ ਕਿ ਇਹਦੇ ਉੱਤੇ ਇੱਕ ਵੀ ਲਫ਼ਜ਼ ਪ੍ਰਤਾਪ ਸਿੰਘ ਬਾਜਵਾ ਜਿਹੜੇ ਅਧਿਕਾਰਤ ਆਗੂ ਨੇ, LOP ਨੇ, ਤੇ ਅਧਿਕਾਰਤ ਪ੍ਰਧਾਨ ਰਾਜਾ ਵੜਿੰਗ, ਇਹਨਾਂ ਦਾ ਇੱਕ ਵੀ ਲਫ਼ਜ਼ ਇਸ ਤਰ੍ਹਾਂ ਨਹੀਂ ਆਇਆ ਕਿ ਸਿੱਧੂ ਨਾਲ ਜ਼ਿਆਦਤੀ ਕੀਤੀ ਸਰਕਾਰ ਨੇ। ਸੋ ਦੋ ਖੇਮਿਆਂ ਦੇ ਵਿੱਚ, ਇੱਕ ਸੱਤਾਧਾਰੀ ਖੇਮਾ ਪਾਰਟੀ ਦੇ ਅੰਦਰ, ਦੂਜਾ ਖੇਮਾ ਜਿਹੜਾ ਹਾਸ਼ੀਏ ਤੇ ਔਰ ਸਿੱਧੂ ਰਾਹੀਂ ਤਾਕਤ ਗ੍ਰਹਿਣ ਕਰਨ ਦੀ ਸੋਚ ਰਿਹਾ। ਇੰਜ ਲੱਗ ਰਿਹਾ ਕਿ ਜਿਵੇਂ ਪਿਛਲੇ ਦਿਨਾਂ 'ਚ ਸਿੱਧੂ ਨਾਲ ਹਾਈ ਕਮਾਂਡ ਦੀ ਕੁਝ ਨਜ਼ਦੀਕੀ ਨਜ਼ਰ ਆਈ ਹੈ ਉਹਨਾਂ ਦੀ ਧਰਮ ਸੁਪਤਨੀ ਦੇ ਨਜ਼ਰੀਏ ਤੋਂ, ਜਾਂ ਜਿਸ ਤਰੀਕੇ ਨਾਲ ਰਾਹੁਲ ਗਾਂਧੀ, ਮਲਕ ਅਰਜਨ ਖੜਗੇ, KC ਵੇਣੂਗੋਪਾਲ, ਪ੍ਰਿਯੰਕਾ ਗਾਂਧੀ ਇਹ ਨਜ਼ਦੀਕੀਆਂ ਨੇ,
ਜਿਹੜੇ ਹਾਸ਼ੀਏ ਤੇ ਉਹਨਾਂ ਨੂੰ ਹੌਲੀ ਹੌਲੀ ਸਿੱਧੂ ਵੱਲ ਲਿਆਉਣਾ ਸ਼ੁਰੂ ਕਰਤਾ। ਦੋ ਧੜੇ ਸਮਾਨਾਂਤਰ ਅੱਗੇ ਚੱਲਣਗੇ। ਪਰ ਜਿਹੜੀ ਗੱਲ ਪਹਿਲੀ ਕਿ ਚੀਮਾ ਸਾਹਿਬ ਨੂੰ ਜਾਂ ਉਹਨਾਂ ਦੇ ਪਰਿਵਾਰ ਨੂੰ ਪਹਿਲਾਂ ਅਧਿਕਾਰੀਆਂ ਨੇ ਦੱਸਿਆ ਸੀ, ਕੋਈ ਆਸ ਬਣਾਈ ਸੀ ਜਿਹਦੇ ਤਹਿਤ ਲੱਡੂ ਤੱਕ ਕਹਿੰਦੇ ਬਣ ਗਏ ਸੀ ਜੀ। ਸਾਰੇ ਐਪੀਸੋਡ ਨੂੰ ਸਿੱਧੂ ਦੇ ਵੱਖ-ਵੱਖ ਐਂਗਲ ਨਾਲ ਦੇਖੋ। ਹਾਲਾਂਕਿ ਤੁਸੀਂ ਬੜਾ ਇੰਪੋਰਟੈਂਟ ਸਵਾਲ ਪੁੱਛਿਆ ਸੀ ਕਿ ਸਿੱਧੂ ਦਾ ਹੱਕ ਸੀਗਾ। ਅੱਜ ਰਿਹਾਈ ਦਾ ਸਿੱਧੂ ਦਾ ਕੋਈ ਹੱਕ ਬਣਦਾ ਸੀ ਜਿਹੜਾ ਉਹਨਾਂ ਦਾ ਹੱਕ ਮਾਰਿਆ ਗਿਆ। ਜਦ ਕੇਂਦਰ ਸਰਕਾਰ ਕਿਸੇ ਵਿਸ਼ੇਸ਼ ਮੌਕੇ ਤੇ ਕੋਈ ਪਾਲਿਸੀ ਬਣਾਉਂਦੀ ਹੈ ਤੇ ਉਸ ਪਾਲਿਸੀ ਦੇ ਵਿੱਚ ਮੋٹے-ਮੋٹے ਜਿਹੇ ਕ੍ਰਾਈਟੇਰੀਆ ਤੈਅ ਕਰ ਦਿੱਤੇ ਜਾਂਦੇ ਨੇ, ਔਰ ਉਸ ਕ੍ਰਾਈਟੇਰੀਆ ਦੇ ਵਿੱਚ ਕੋਈ ਵੀ ਕੈਦੀ, ਉਹ ਤਾਂ ਚਲੋ ਨਵਜੋਤ ਸਿੰਘ ਸਿੱਧੂ ਉਸ ਲਿਸਟ ਦੇ ਵਿੱਚ ਆ ਗਿਆ, ਕੋਈ ਵੀ ਕੈਦੀ ਉਸ ਲਿਸਟ ਦੇ ਵਿੱਚ ਆ ਜਾਂਦਾ ਤਾਂ ਉਹਦਾ ਇੱਕ ਬਾਅਦ ਚੋਂ ਹੱਕ ਵੀ ਬਣ ਜਾਂਦਾ। ਕਾਰਨ ਕਿ ਜਦ ਇੱਕ ਪਾਲਿਸੀ ਕੇਂਦਰ ਨੇ ਨਿਰਧਾਰਿਤ ਕਰਤੀ ਔਰ ਸੂਬੇ ਦੀ ਸਰਕਾਰ ਨੂੰ ਸਿਰਫ ਉਸ ਲਿਸਟ ਨੂੰ ਪ੍ਰਵਾਨਗੀ ਦੇਣੀ ਹੈ, ਉਸ ਪ੍ਰਵਾਨਗੀ ਦੇ ਮੁੱਦੇ ਦੇ ਉੱਤੇ ਲਾਸਟ ਟਾਈਮ ਯਾਨੀ ਰਾਤ ਨੂੰ ਇੱਕ ਖਬਰ ਨਿਕਲ ਕੇ ਆਉਂਦੀ ਹੈ ਵੀ ਕਿਉਂਕਿ ਕੈਬਨਿਟ ਦੀ ਮੀਟਿੰਗ ਤੋਂ ਉਹ ਲਿਸਟ ਅਪਰੂਵ ਨਹੀਂ ਹੋਈ, ਗਵਰਨਰ ਸਾਹਿਬ ਕੋਲ ਨਹੀਂ ਪਹੁੰਚੀ। ਲੇਕਿਨ ਨਾਲ ਦੇ ਨਾਲ ਇਹ ਵੀ ਖਬਰ ਆਉਂਦੀ ਹੈ ਕਿ ਅੱਧੀ ਰਾਤ ਨੂੰ ਵੀ ਸ਼ਾਇਦ ਉਸ ਫਾਈਲ ਦੇ ਉੱਤੇ ਕੋਈ ਡਿਸੀਜਨ ਹੋ ਜਾਂਦਾ ਹੈ। ਨਵਤੇਜ ਸਿੰਘ ਚੀਮਾ ਉਹਨਾਂ ਜਿਹੜਾ ਕਹਿੰਦੇ ਨੇ ਕਿ 11-12 ਵਜੇ ਦੇ ਕਰੀਬ ਸਾਨੂੰ ਜੇਲ੍ਹ ਅਫੀਸ਼ੀਅਲਸ ਨੇ ਦੱਸਿਆ ਵੀ ਕੋਈ ਫਾਈਲ ਆਉਣ ਦੀ ਕੋਈ ਹੁਣ ਉਮੀਦ ਨਹੀਂ ਹੈ। ਔਰ ਸਵੇਰੇ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਧਰਮ ਪਤਨੀ, ਉਹਨਾਂ ਦੇ ਇੱਕ ਬਿਆਨ ਆ ਜਾਂਦਾ ਸਰਕਾਰ ਦੇ ਉੱਤੇ ਗੁੱਸੇ ਦੇ ਰੂਪ ਵਿੱਚ ਕਿ ਵੀ ਸਿੱਧੂ ਇੱਕ ਖੁੰਖਾਰ ਜਾਨਵਰ ਹੈਗਾ, ਉਸ ਤੋਂ ਬਚ ਕੇ ਰਹੋ। ਔਰ ਉਹ ਉਸ ਕੈਟਾਗਰੀ ਚ ਆਉਂਦਾ ਹੈ ਜਿਸ ਕੈਟਾਗਰੀ ਦੇ ਵਿੱਚ ਸਰਕਾਰ ਚਾਹੁੰਦੀ ਹੈ ਕਿ ਨਵਜੋਤ ਸਿੰਘ ਸਿੱਧੂ ਤੋਂ ਬਚ ਕੇ ਰਹੋ। ਹੁਣ ਉਹ तमाम ਲੋਕ ਜਿਨ੍ਹਾਂ ਲੋਕਾਂ ਦਾ ਨਾਂ ਪਹਿਲੇ ਵੀ ਤੁਰਦਾ ਸੀਗਾ ਕਿ ਅੱਜ ਜਦ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਹੋਏਗੀ ਤੇ ਇਹ ਲੋਕ ਪਹੁੰਚਣਗੇ, ਉਹ ਸਾਰੇ ਲੀਡਰ ਜਿਹਨੂੰ ਤੁਸੀਂ ਦੂਜੇ ਸ਼ਬਦਾਂ ਵਿੱਚ ਇਹ ਵੀ ਕਿਹਾ ਕਿ ਫਿਲਹਾਲ ਜਿਹੜੇ ਹੈਗੇ ਆ ਸਾਈਡ ਤੇ ਜਾਂ ਇੱਕ ਹਾਸ਼ੀਆ ਤੇ ਗਏ ਹੋਏ ਲੀਡਰ, ਉਹ ਸਾਰੇ ਇਕੱਠੇ ਹੁੰਦੇ ਨੇ। ਹੁਣ ਰਾਜਾ ਵੜਿੰਗ ਉਹਨਾਂ ਦਾ ਉੱਥੇ ਨਾ ਜਾਣਾ, ਪ੍ਰਤਾਪ ਸਿੰਘ ਬਾਜਵਾ ਉਹਨਾਂ ਦੀ ਵੀ ਚਿੱਠੀ ਲਿਖ ਕੇ ਸਿਰਫ ਇਹ ਪੁੱਛਣਾ ਕਿ ਜੀ ਉਸ ਰਿਹਾਈ ਵਾਲੀ ਸਕੀਮ ਦੇ ਬਾਰੇ ਚ ਸਰਕਾਰ ਨੇ ਕੋਈ ਕੁਝ ਕੀਤਾ, ਉਹ ਆਪਣੇ ਲੈਟਰ ਦੇ ਵਿੱਚ ਨਵਜੋਤ ਸਿੰਘ ਸਿੱਧੂ ਉਹਨਾਂ ਦਾ ਨਾਮ ਬਿਲਕੁਲ ਵੀ ਨਹੀਂ ਲਿਖਦੇ। ਔਰ ਉਹਨਾਂ तमाम ਕੈਦੀਆਂ ਦਾ ਜ਼ਿਕਰ ਵੀ ਅੱਜ ਸਿੱਧੂ ਉਹਨਾਂ ਦੇ ਖਾਸ ਬੰਦੇ ਜਿਹੜੇ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਸੀ ਕਹਿੰਦੇ ਜੀ ਉਹ ਜਿਹੜੇ 50-51 ਕੈਦੀ ਹੋਰ ਸੀਗੇ ਉਹਨਾਂ ਦਾ ਕੀ ਬਣੂਗਾ। ਚਲੋ ਨਵਜੋਤ ਸਿੰਘ ਸਿੱਧੂ ਉਹਨਾਂ ਨਾਲ ਤੇ ਕਿਉਂਕਿ ਸਰਕਾਰਾਂ ਭਾਵੇਂ ਕੇਂਦਰ ਦੀ ਹੋਏ ਜਾਂ ਫਿਰ ਸੂਬੇ ਦੀ ਹੋਏ ਡਰਦੀਆਂ, ਇਸ ਕਰਕੇ ਉਹਨੂੰ ਰਿਲੀਜ਼ ਨਹੀਂ ਕੀਤਾ। ਬਾਕੀ ਜਿਹੜੇ 50-51 ਬੰਦੇ ਸੀ ਉਹਨਾਂ ਦਾ ਕੀ ਕਸੂਰ ਹੈ। ਹੁਣ ਇਹ ਮੁੱਦਾ ਕੱਲ ਤੋਂ ਇੱਕ ਵੱਖਰੇ ਰੂਪ ਤੋਂ ਉੱਠਣਾ ਸ਼ੁਰੂ ਹੋ ਜਾਏਗਾ ਕਿਉਂਕਿ ਕੁਝ ਹੁਣ ਸਰਕਾਰੀ ਤੌਰ ਤੇ ਵੀ ਬਿਆਨ ਆ ਰਹੇ ਨੇ ਕਿ ਵੀ 3 ਫਰਵਰੀ ਨੂੰ ਮੀਟਿੰਗ ਹੈਗੀ ਆ, ਉਸ ਮੀਟਿੰਗ ਦੇ ਵਿੱਚ ਇਹ ਮੁੱਦਾ ਆਂਦਾ ਜਾਂ ਨਹੀਂ ਆਂਦਾ। ਹੁਣ ਕਾਨੂੰਨੀ ਤੌਰ ਤੇ ਇਹ ਵੀ ਦੇਖਣ ਦੀ ਲੋੜ ਹੈ ਕਿ 26 ਤਰੀਕ ਲੰਘ ਜਾਣ ਤੋਂ ਬਾਅਦ ਕੀ ਫੇਰ ਇਸ ਮੁੱਦੇ ਤੇ ਕੋਈ ਕੈਬਨਿਟ ਡਿਸੀਜਨ ਲੈ ਸਕਦਾ ਹੈ ਜਾਂ 26 ਤਰੀਕ ਤੋਂ ਬਾਅਦ ਵੀ ਇਹ ਸਕੀਮ ਜਿਹੜੀ ਸਕੀਮ ਦੀ ਗਾਈਡਲਾਈਨਸ ਕੇਂਦਰ ਸਰਕਾਰ ਨੇ ਰੱਖੀ ਸੀ ਉਹ ਸਿੱਧੂ ਉੱਤੇ ਇੰਪਲੀਮੈਂਟ ਹੁੰਦੀ ਹੈ। ਕਈ ਖਬਰਾਂ ਦੇ ਵਿੱਚ ਵੀ ਇਹ ਕਿਹਾ ਗਿਆ ਕਿ ਨਹੀਂ, ਹੁਣ ਤੇ ਅਪ੍ਰੈਲ ਦੇ ਮਹੀਨੇ ਦੇ ਵਿੱਚ ਹੀ ਨਵਜੋਤ ਸਿੰਘ ਸਿੱਧੂ ਬਾਹਰ ਆਏਗਾ ਜਦ ਉਹਦੀ ਸਜ਼ਾ ਪੂਰੀ ਹੋ ਜਾਏਗੀ। ਹਜੇ ਇਸ ਤੇ ਪੋਲਿਟਿਕਸ ਚੱਲੂਗੀ ਔਰ ਕਿੰਨੀ ਅੱਗੇ ਤੱਕ ਜਾਏਗੀ ਇਹ ਵੀ ਮੈਨੂੰ ਲੱਗਦਾ 3-4 ਦਿਨਾਂ ਤੇ ਵੀ ਤੁਹਾਨੂੰ ਪਤਾ ਲੱਗ ਜਾਏਗਾ। ਪਰ ਹਾਂ, ਨਵਜੋਤ ਸਿੰਘ ਸਿੱਧੂ ਉਹਨਾਂ ਦੇ ਸਮਰਥਕਾਂ ਨੂੰ ਅੱਜ ਮਾਯੂਸੀ ਮਿਲੀ ਔਰ ਬਹੁਤ ਸਾਰੇ, ਕਿਉਂਕਿ ਇਹ ਸਸਪੈਂਸ ਜੇ ਸਰਕਾਰ ਦੇ ਰਵੱਈਏ ਨਾਲ ਦੇਖੋ ਤੇ ਸਰਕਾਰ ਅੱਜ ਤੋਂ ਪਹਿਲੇ ਇਸ ਮੁੱਦੇ ਦੇ ਉੱਤੇ ਜਿੱਦਾਂ ਕਹਿੰਦੇ ਨਾ ਛੱਪੜ ਤੇ ਵੱਟਾ ਸੁੱਟ ਕੇ ਭੱਜ ਜਾਣਾ, ਉਹ ਏਦਾਂ ਦੇ ਬਿਆਨ ਤੇ ਦਿੰਦੀ ਸੀ। ਡਾਇਰੈਕਟ ਬਿਆਨ ਉਹਨਾਂ ਦਾ ਕੋਈ ਵੀ ਨਹੀਂ ਆਇਆ ਕਦੀ ਵੀ। ਸੂਤਰਾਂ ਦੇ ਹਵਾਲੇ ਤੋਂ ਖਬਰਾਂ ਚੱਲਦੀ ਸੀ ਔਰ ਸੂਤਰਾਂ ਦੇ ਹਵਾਲੇ ਤੋਂ ਹੀ ਉਹਨਾਂ ਖਬਰਾਂ ਦਾ ਖੰਡਨ ਵੀ ਹੋ ਜਾਂਦਾ ਸੀ। ਪਰ ਡਾਇਰੈਕਟ ਬਿਆਨ ਨਾ ਭਗਵੰਤ ਮਾਨ ਉਹਨਾਂ ਦਾ ਆਇਆ ਕਿਉਂਕਿ ਹੁਣ ਉਹ ਜੇਲ੍ਹ ਮੰਤਰੀ ਵੀ ਹੈਗੇ ਨੇ, ਨਾ ਹੀ ਕਿਸੇ ਹੋਰ ਮੰਤਰੀ ਦਾ ਕੋਈ ਵੀ ਡਾਇਰੈਕਟ ਬਿਆਨ ਆਇਆ। ਇਸ ਮੁੱਦੇ ਦੇ ਉੱਤੇ ਰਾਜਨੀਤੀ ਹੋਈ ਹੈ, ਅੱਗੇ ਵੀ ਹੁੰਦੀ ਰਹੇਗੀ ਔਰ ਕਿੰਨੀ ਕੁ ਅੱਗੇ ਜਾਂਦੀ ਹੈ ਇਹ ਵੀ ਆਉਣ ਵਾਲੇ ਟਾਈਮ ਵਿੱਚ ਹੀ ਪਤਾ ਲੱਗੂਗਾ। ਸਰਦਾਰ ਹਰਮੀਤ ਸਿੰਘ ਜੀ, ਰਿਹਾਈਆਂ ਦੀ ਗੱਲ ਚੱਲ ਰਹੀ ਆ ਤਾਂ ਇਸ ਤਰ੍ਹਾਂ ਦੇ ਕਈ ਕੌਮੀ ਦਿਹਾੜੇ ਨਿਕਲ ਕੇ ਦਹਾਕਿਆਂ ਤੋਂ ਕਈ ਐਸੇ ਵਿਅਕਤੀ ਬੰਦ ਨੇ ਜੇਲ੍ਹਾਂ 'ਚ ਜਿਹੜੇ ਹੁਣ ਜੇਲ੍ਹਾਂ ਦੀ ਮਿਲੀ ਸਜ਼ਾ ਭੁਗਤ ਚੁੱਕੇ ਆ। ਉਹਨਾਂ ਦਾ ਬਾਹਰ ਆਉਣਾ ਹੱਕ ਹੈ। ਜਦੋਂ ਹੱਕ ਦੀ ਗੱਲ ਚੱਲਦੀ ਆ ਤਾਂ ਇਹ ਉਹਨਾਂ ਦਾ ਬਣਦਾ ਹੈ, ਪਰ ਉਹਨਾਂ ਨੂੰ ਦਰਕਨਾਰ ਕੀਤਾ ਗਿਆ। ਔਰ ਅੱਜ ਮੋਰਚੇ ਦਾ ਇੱਕ ਮਾਰਚ ਵੀ ਸੀਗਾ ਔਰ ਹੁਣ ਤੱਕ ਵੀ ਉਹ ਚੱਲ ਰਿਹਾ, ਕਾਫੀ ਪ੍ਰਭਾਵਸ਼ਾਲੀ ਵੀ ਹੈ। ਦੂਜੇ ਬੰਨੇ ਕੱਲ ਗਜਿੰਦਰ ਸਿੰਘ ਸ਼ੇਖਾਵਤ ਦਾ ਦਮਦਮਾ ਸਾਹਿਬ ਦੇ ਵਿੱਚ ਜਾਣਾ, ਸਿੰਘ ਸਾਹਿਬ ਨਾਲ ਮੁਲਾਕਾਤ ਕਰਨਾ, ਉੱਥੇ ਉਹ ਫਾਰਮ ਭਰਨਾ ਤੇ ਇਹਦੇ ਨਾਲ ਹੀ ਇਹ ਵੀ ਬਿਆਨ ਦੇਣਾ ਕਿ ਕੇਂਦਰ ਨੇ ਆਪਣੇ ਵੱਲੋਂ ਜਿੰਨਾ ਹੋ ਸਕਦਾ ਸੀ ਕੀਤਾ। 2 ਬੰਦੇ ਅੰਦਰ ਆ, 11 ਚੋਂ ਬਾਕੀ ਸਾਰੇ। ਫਿਰ ਦੂਜੀ ਲਿਸਟ ਜਿਹੜੀ ਤੁਸੀਂ ਮੇਰੇ ਨਾਲ ਜ਼ਿਕਰ ਕਰਦੇ ਸੀ ਕਿ ਇੱਕ ਲਿਸਟ ਇਸ ਮੋਰਚੇ ਦੇ ਵਿੱਚ ਵੀ ਲੱਗੀ ਹੋਈ ਆ। ਇਹ ਸਾਰੇ ਵਿਸਥਾਰ ਇੱਕ ਸ਼੍ਰੋਮਣੀ ਕਮੇਟੀ ਵੀ ਦਸਤਖਤ ਮੁਹਿੰਮ ਜਿਹੜੀ ਚਲਾ ਰਹੀ ਆ, ਉਹਦੇ ਨਾਲ ਉਹਨਾਂ ਬੰਦੀ ਸਿੰਘਾਂ ਬਾਰੇ ਵੇਰਵੇ ਵੀ ਦੇ ਰਹੀ ਆ, ਇੱਕ ਉਹ ਵੀ ਹੈ। ਸੋ ਇਹਨੂੰ ਹੁਣ ਪੋਲਿਟਿਕਸ ਨਾਲੋਂ
ਥੋੜਾ ਜਿਹਾ ਨਿਖੇੜ ਕੇ ਅਮਲੀ ਕਾਰਵਾਈ ਵੱਲ ਲੋਕ ਵੇਖਣਾ ਚਾਹੁੰਦੇ ਆ ਕਿ ਹੁਣ ਇੱਥੇ ਸਿਆਸਤ ਨਾ ਹੋਵੇ, ਕੋਈ ਹੋਰ ਇਲੈਕਸ਼ਨ ਇਸੇ ਮੁੱਦੇ ਤੇ ਅੱਗੇ ਨਾ ਵਧੇ। ਜਿੱਦਾਂ ਸੰਗਰੂਰ ਵਾਲੀ ਇਲੈਕਸ਼ਨ ਤੋਂ ਪਹਿਲਾਂ ਵੀ ਇਹ ਮੁੱਦਾ ਸੀ ਤੇ ਹੁਣ ਅਗਲੀ ਜਨਰਲ ਚੋਣ ਤੋਂ ਪਹਿਲਾਂ ਵੀ ਇਹੀ ਮੁੱਦਾ ਹੈ। ਅਕਾਲੀ ਦਲ ਵੀ ਇਹਨੂੰ ਉਵੇਂ ਹੀ ਲੈ ਰਿਹਾ, ਲੇਕਿਨ ਲੱਗਦਾ ਹੈ ਕਿ ਇਸ ਵਾਰੀ ਪੋਲਿਟਿਕਸ ਬੀਜੇਪੀ ਦੀ ਹੋਵੇ, ਅਕਾਲੀ ਦਲ ਦੀ ਹੋਵੇ, ਉਸ ਤੋਂ ਜ਼ਿਆਦਾ ਵੱਡੀ ਗੱਲ ਮੋਰਚੇ ਦੀ ਹੋਗੀ ਜਿਹੜੀ ਚੰਡੀਗੜ੍ਹ 'ਚ ਲੱਗਿਆ। ਸ਼ਾਇਦ ਇਹ ਵੀ ਪ੍ਰੈਸ਼ਰ ਨੂੰ ਅੱਗੇ ਵੱਧਦਾ ਵੇਖੀਏ ਅਸੀਂ। ਇਹਨੂੰ ਸਾਰੇ ਨੂੰ ਵੀ ਜ਼ਬਾਨ ਦਿਓ ਜ਼ਰਾ। ਵੈਸੇ ਤਾਂ ਇੱਕ ਚੰਗੀ ਗੱਲ ਹੁੰਦੀ ਨਜ਼ਰ ਆ ਰਹੀ ਹੈ ਕਿ ਹੁਣ ਇਸ ਇੱਕ ਪੁਆਇੰਟ ਤੇ ਮਤਲਬ ਆਮ ਸਹਿਮਤੀ ਜੀ ਬਣਦੀ ਨਜ਼ਰ ਆ ਰਹੀ ਹੈ ਕਿ ਜਿਹਦੀ ਸਜ਼ਾ ਪੂਰੀ ਹੋਗੀ ਉਹਨੂੰ ਤਾਂ ਛੱਡਿਆ ਹੀ ਜਾਣਾ ਚਾਹੀਦਾ। ਇਹ ਤਾਂ ਮਨੁੱਖੀ ਅਧਿਕਾਰਾਂ ਦਾ ਵੱਡਾ ਸਵਾਲ ਹੈ। ਹੁਣ ਅਗਲਾ ਸਵਾਲ ਇਹ ਤਾਂ ਹੋ ਸਕਦਾ ਕੌਣ ਕੌਣ ਨੇ, ਕਿਹੜੀ ਸਰਕਾਰ ਨੂੰ ਪਤਾ ਕਿਹੜੀ ਨੂੰ ਨਹੀਂ। ਮੈਂ ਤਾਂ ਸਰਕਾਰਾਂ ਨੂੰ ਤਾਂ ਜਿਵੇਂ ਕਹਿੰਦੇ ਨੇ ਨਾ, ਜੇ ਮਿੰਟ ਮਿੰਟ ਤੇ ਗੌਰ ਕਰਨ ਵਾਲੀ ਸਰਕਾਰ ਹੋਵੇ, 1 ਮਿੰਟ 'ਚ ਪਤਾ ਵੀ ਲਾ ਸਕਦੀ ਹੈ ਕਿਹਦੀ ਪੂਰੀ ਹੋਈ ਹੈ ਕਿਹਦੀ ਨਹੀਂ। ਜਿਹੜਾ ਕਿਹਦੇ ਕੋਲ ਨੇ, ਸਰਕਾਰਾਂ ਕੋਲ ਹੀ ਨੇ, ਹੋਰ ਕਿਤੋਂ ਬਾਹਰੋਂ ਆਉਣੀਆਂ ਨੇ ਚੱਕ ਕੇ। ਤੁਸੀਂ ਰਿਕਾਰਡ ਮੰਗਾਓ। ਇਹ ਜਿਹੜੇ ਸਖਾਵਤ ਸਾਹਿਬ ਕਹੀ ਜਾ ਰਹੇ ਨੇ ਵੀ ਸਾਡੇ ਕੋਲ ਤਾਂ ਲਿਸਟ ਉੱਪਰੋਂ ਨਹੀਂ ਆਉਣੀ ਕਿ ਰਾਜ ਤੁਸੀਂ ਕਰ ਰਹੇ ਹੋ। ਔਰ ਤੁਹਾਡੇ ਗ੍ਰਹਿ ਮੰਤਰੀ ਜਿਹੜੇ ਅਮਿਤ ਸ਼ਾਹ ਬਹੁਤ ਸ਼ਾਰਪ ਤੇ ਬੜੇ ਦਬੰਗ ਗਿਣੇ ਜਾਂਦੇ ਨੇ ਜੀ, ਉਹਨਾਂ ਕੋਲ ਤਾਂ 2 ਮਿੰਟ 'ਚ ਭੇਜ ਦੇਣਗੇ ਸਾਰੇ ਦੇ ਸਾਰੀਆਂ ਚੀਜ਼ਾਂ। ਤੁਹਾਡੇ ਕੋਲ ਪਤਾ ਕਿਉਂ ਨਹੀਂ ਆ ਉਹਨਾਂ ਸਾਰੀਆਂ ਚੀਜ਼ਾਂ ਦਾ? ਪਹਿਲਾਂ ਤਾਂ ਇਹ ਬੜਾ ਹੈਰਾਨੀ ਵਾਲੀ ਗੱਲ ਹੈ ਕਿ ਗਵਰਨਮੈਂਟ ਆਫ ਇੰਡੀਆ ਨੂੰ ਕਿਉਂ ਨਹੀਂ ਪਤਾ ਉਹਨਾਂ ਗੱਲਾਂ ਦਾ ਜਿੰਨੀਆਂ ਲਿਸਟਾਂ ਉਹ ਦੇ ਕੇ ਆਏ ਨੇ ਅੱਜ ਤੱਕ ਮੈਮੋਰੈਂਡਮ ਦੀ ਗੱਲ। ਦੂਜੀ ਗੱਲ ਜੇ ਨਹੀਂ ਪਤਾ, ਜਦੋਂ ਜਥੇਦਾਰ ਅਕਾਲ ਤਖਤ ਤੋਂ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲੈ ਕੇ ਅਕਾਲੀ ਦਲ ਤੋਂ ਲੈ ਕੇ ਡਿਫਰੈਂਟ ਮੋਰਚਿਆਂ ਤੋਂ ਲੈ ਕੇ ਸਾਰੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨਾਲ ਇਸੇ ਇੱਕੋ ਮੁੱਦੇ ਤੇ ਮੀਟਿੰਗ ਦੀ ਮੰਗ ਕਰਦੇ ਰਹੇ ਕਿ ਸਾਡੀ ਗੱਲ ਸੁਣੋ ਤੇ ਆਹ ਬੰਦੇ ਨੇ, ਤਾਂ ਮੀਟਿੰਗ ਦੇ ਵਿੱਚ ਉਹ ਦਸਤਾਵੇਜ਼ ਲੈਣ 'ਚ ਕੀ ਦਿੱਕਤ ਹੈ ਕਿਸੇ ਨੂੰ? ਕਿਉਂ ਦਿੱਕਤ ਹੈ ਕਿ ਹਾਂ ਜੀ ਆਹ ਚੀਜ਼ ਤੁਹਾਡੀ ਹੈ, ਇਹਨਾਂ ਦਾ ਅਸੀਂ ਜਿਹੜਾ ਤੁਸੀਂ ਸਾਨੂੰ ਦਿਓਗੇ ਨਾਮ, ਇਹਨਾਂ ਦੀ ਵੈਰੀਫਿਕੇਸ਼ਨ ਕਰਾ ਲੈਂਦੇ ਹਾਂ ਅਸੀਂ 10 ਦਿਨ 'ਚ, 15 ਦਿਨ 'ਚ, ਮਹੀਨੇ 'ਚ, ਜੋ ਵੀ ਕਰਾਉਣੀ ਹੁੰਦੀ ਹੈ ਉਹਦੀ ਵੈਰੀਫਿਕੇਸ਼ਨ ਹੋ ਸਕਦੀ ਹੈ, ਕੋਈ ਬੜੀ ਗੱਲ ਨਹੀਂ ਹੈ। ਔਰ ਤੀਜੀ ਗੱਲ ਇਹ ਹੈ ਕਿ ਉਸ ਸਾਰੇ ਮਾਮਲੇ ਦੇ ਵਿੱਚ ਕੱਲਾ ਬੰਦੀ ਸਿੰਘਾਂ ਦਾ ਸਵਾਲ ਨਹੀਂ, ਹੋਰ ਬਥੇਰੇ ਬਾਹਰ ਲੋਕ ਵੀ ਬੈਠੇ ਨੇ ਹੋਰ ਜਿਹੜੇ ਬਿਨਾਂ ਕਿਸੇ ਮਤਲਬ ਪੈਰੋਲ ਦੇ, ਬਿਨਾਂ ਕਿਸੇ ਜ਼ਮਾਨਤ ਦੇ ਸਾਲਾਂ ਤੋਂ ਬੰਦ ਨੇ, ਬਿਨਾਂ ਕਿਸੇ ਅਜੇ ਮੁਕੱਦਮਾ ਵੀ ਨਹੀਂ ਚੱਲਿਆ, ਟ੍ਰਾਇਲ ਵੀ ਨਹੀਂ ਚੱਲੇ। ਇਹੋ ਜਿਹੇ ਵੀ ਬਹੁਤ ਨੇ ਸਾਡੇ ਦੇਸ਼ ਦੇ ਵਿੱਚ ਜਿਹੜੇ ਬੈਠੇ ਹੋਏ ਨੇ। ਔਰ ਇਹ ਜਿਹੜਾ ਹੁੰਦਾ ਕਿ ਜੇ ਅਸੀਂ ਸਭ ਤੋਂ, ਅੱਜ ਵੀ ਮੈਂ ਸੁਣ ਰਿਹਾ ਸੀ ਜਦੋਂ ਗਣਤੰਤਰਤਾ ਦਿਵਸ ਦੀ ਪਰੇਡ ਚੱਲ ਰਹੀ ਸੀ, ਜਿਹੜੇ ਬੰਦੇ ਵਾਇਸ ਓਵਰ ਲੈ ਰਹੇ ਸੀ ਉਹ ਕਹਿੰਦੇ ਆ ਰਹੇ ਨੇ ਦੁਨੀਆ ਦੀ ਸਭ ਤੋਂ ਬੜੀ ਜਮਹੂਰੀਅਤ ਦੇ ਪ੍ਰਧਾਨ ਮੰਤਰੀ, ਔਰ ਉਹ ਹੁਣ ਅਗਵਾਨੀ ਕਰਨਗੇ ਰਾਸ਼ਟਰਪਤੀ ਜੀ ਆਉਣ ਵਾਲੇ ਨੇ ਫਲਾਣੇ। ਤਾਂ ਦੁਨੀਆ ਦੀ ਸਭ ਤੋਂ ਬੜੀ ਜਮਹੂਰੀਅਤ ਦੇ ਵਿੱਚ ਔਰ ਕਾਨੂੰਨ ਦਾ ਰਾਜ ਦੀ ਬਹਾਲੀ ਦੀ ਮੰਗ ਕਰਨ ਲਈ ਵੀ ਜਦੋਜਹਿਦ ਕਰਨੀ ਪਵੇ, ਇਹ ਕਾਫੀ ਮੇਰਾ ਖਿਆਲ ਹੈ ਔਖਾ ਜਿਹਾ ਸਵਾਲ ਨਜ਼ਰ ਆਉਂਦਾ ਹੈ। ਕਾਨੂੰਨ ਤਾਂ ਆਪੇ ਲਾਗੂ ਹੋਣਾ ਚਾਹੀਦਾ, ਜਿਨ੍ਹਾਂ ਨੇ ਗੈਰ ਕਾਨੂੰਨੀ ਕੰਮ ਕੀਤਾ ਤੇ ਉਹਦੇ ਤੇ ਤੁਸੀਂ ਕਾਰਵਾਈ ਕਰੋ ਜਿਹੜੀ ਹੈ। ਹੁਣ ਇਹ ਬੰਦੀ ਸਿੰਘਾਂ ਦਾ ਮੋਰਚਾ ਜਿਹੜਾ ਰੂਪ ਲੈਂਦਾ ਜਾ ਰਿਹਾ, ਨਾ ਕਿ ਬੰਦੀ ਸਿੰਘਾਂ ਦਾ, ਬਾਈਬਲ ਵਾਲਾ ਮੋਰਚਾ ਵੀ ਵੱਡਾ ਰੂਪ ਲੈਂਦਾ ਜਾ ਰਿਹਾ ਔਰ ਵੱਖ-ਵੱਖ ਅਲੱਗ-ਅਲੱਗ ਚੀਜ਼ਾਂ ਨੇ। ਔਰ ਤੁਸੀਂ ਦੇਖੋ ਕਿ ਜੇ ਸਖਾਵਤ ਸਾਹਿਬ ਉੱਥੇ ਸਾਈਨ ਕਰਿਆ ਜਿੱਥੇ ਐਜੀਪੀਸੀ ਕਰਾ ਰਹੀ ਹੈ ਦਸਤਖਤ, ਹੈ ਨਾ, ਵੀ ਮੈਂ ਵੀ ਸਹਿਮਤ ਹਾਂ। ਤੁਸੀਂ ਤਾਂ ਜੂਨੀਅਰ ਕੈਬਨਿਟ 'ਚ ਮਿਨਿਸਟਰ ਹੋ, ਤੁਸੀਂ ਤਾਂ ਮਿਨਿਸਟਰ ਹੋ ਤੇ ਮਿਨਿਸਟਰੀ ਚੱਲਦੀ ਹੁੰਦੀ ਹੈ ਸਮੂਹਿਕ ਰਿਸਪੌਂਸਿਬਿਲਟੀ ਤੇ। ਇਹਦਾ ਮਤਲਬ ਸਾਰੀ ਕੈਬਨਿਟ ਸਹਿਮਤ ਹੈ ਜਾਂ ਤੁਸੀਂ ਨਿੱਜੀ ਤੌਰ ਤੇ ਸਹਿਮਤ ਹੋ? ਉਹਨਾਂ ਨੇ ਇਹ ਨਹੀਂ ਦੱਸਿਆ ਕਿ ਗਵਰਨਮੈਂਟ ਆਫ ਇੰਡੀਆ ਸਹਿਮਤ ਹੈ। ਇਹਦਾ ਮਤਲਬ ਹੈ ਜੇ ਇੱਕ ਕੇਂਦਰੀ ਮੰਤਰੀ ਉੱਥੇ ਲਿਖ ਕੇ ਜਾਂਦਾ ਹੈ, ਜੇ ਤੁਸੀਂ ਸਹਿਮਤ ਹੋ ਤੁਸੀਂ ਦੱਸੋ, ਕਹੋ, ਚੈਲੰਜ ਕਰੋ ਇਹਨਾਂ ਨੂੰ ਕਿ ਤੁਸੀਂ ਭਾਈ ਐਵੇਂ ਮੋਰਚੇ ਲਾਈ ਜਾ ਰਹੇ ਹੋ, ਸਭ ਦੀ ਤਾਂ ਸਜ਼ਾ ਪੂਰੀ ਹੋ ਗਈ, ਬੰਦਾ ਹੀ ਕੋਈ ਨਹੀਂ ਹੈ, ਲਿਸਟ ਦਿਓ ਸਾਨੂੰ ਕਿੱਥੇ ਹੈ, ਤੇ ਉਹ ਬੰਦੇ ਲਿਸਟ ਦੇਣ ਜਾਣਗੇ। ਇਹ ਗੱਲ ਦਾ ਕੋਈ ਸਮਾਂ ਵੱਧ ਹੋਣੀ ਚਾਹੀਦੀ ਹੈ, ਗਵਰਨਮੈਂਟਾਂ ਮੰਨਣ। ਔਰ ਕੁਝ ਗੱਲਾਂ ਇਹ ਵੀ ਹੈਗੀਆਂ ਨੇ ਉਹਦੇ 'ਚ ਕਿ ਇੱਕ ਪ੍ਰੋਸੀਜਰ ਹੁੰਦਾ ਹੈ ਕਿ ਜਿਹੜੀਆਂ ਸਟੇਟ ਦੇ ਵਿੱਚ ਸਜ਼ਾ ਹੋਈ ਹੈ ਉਹ ਸਟੇਟ ਨੇ ਉਹਨਾਂ ਜਿਹੜਾ ਨੂੰ ਰਿਕਾਰਡ ਭੇਜਣਾ ਹੁੰਦਾ ਹੈ। ਔਰ ਜੇ ਗਵਰਨਮੈਂਟ ਆਫ ਇੰਡੀਆ ਐਡਾ ਵੱਡਾ ਪੰਗਾ ਨਿਭਾਉਣਾ ਚਾਹੁੰਦੀ ਹੋਵੇ ਤਾਂ ਸਟੇਟਾਂ ਨੂੰ ਕਿਹੜਾ ਨਹੀਂ ਐਡਵਾਈਜ਼ਰੀ ਜਾਰੀ ਹੋ ਸਕਦੀ, ਜਿਵੇਂ ਆ ਜੂਨ ਦੀ ਐਡਵਾਈਜ਼ਰੀ ਹੈ ਕਿ 75ਵਾਂ ਮਹਾ ਉਤਸਵ ਆਜ਼ਾਦੀ ਦਾ ਆਹ ਕ੍ਰਾਈਟੇਰੀਆ, ਇਹਦੇ ਤਹਿਤ ਤੁਸੀਂ ਬੰਦੇ ਰਿਹਾ ਕਰ ਸਕਦੀਆਂ ਨੇ ਸਟੇਟ ਗਵਰਨਮੈਂਟਾਂ। ਉਹੀ ਜਿਹੀ ਐਡਵਾਈਜ਼ਰੀ ਹਰੇਕ ਸਟੇਟ ਨੂੰ ਭੇਜ ਦਿਓ ਤੁਸੀਂ ਕਿ ਬਾਕੀ ਬੰਦਿਆਂ ਨੂੰ ਭਾਈ ਭੇਜੋ। ਇੱਕ ਜਿਹੜਾ ਇਹਦੇ ਨਾਲ ਜੁੜਦਾ ਫਿਰ ਬਿਲਕੀ ਉਹਦੇ ਨਾਲ ਰਾਜੀਵ ਗਾਂਧੀ ਦੇ ਕਾਤਲਾਂ ਨਾਲ, ਕਿ ਦੇਖੋ ਜੀ ਉਹ ਛੁੱਟ ਗਏ ਪਹਿਲਾਂ, ਉਹ ਛੁੱਟੇ ਨੇ ਇੱਕ ਹੋਰ ਹੱਕ ਦੇ ਨਾਲ। ਉਹ ਹੱਕ ਕੀ ਸੂਬਾ ਦੀਆਂ ਸਰਕਾਰਾਂ ਇਸਤੇਮਾਲ ਕਰਨਾ ਚਾਹੁੰਦੀਆਂ ਨੇ ਜਾਂ ਨਹੀਂ, ਉਹ ਹੱਕ ਫਿਰ ਦਵਿੰਦਰਪਾਲ ਭੁੱਲਰ ਤੇ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਨੂੰ ਇਸਤੇਮਾਲ ਕਰਨਾ ਪਏਗਾ। ਉਹ ਹੱਕ ਕਰਨਾਟਕ ਦੀ ਸਰਕਾਰ ਨੂੰ ਕਰਨਾ ਪਏਗਾ। ਉਹ ਹੱਕ ਜੇ ਪੰਜਾਬ ਦੇ ਵਿੱਚ ਕੋਈ ਇਸ ਲੈਵਲ ਦੀ ਸਜ਼ਾ ਜਾਬਤਾ ਦਿੰਦਾ, ਪੰਜਾਬ ਦੀ ਸਰਕਾਰ ਨੂੰ ਇਸਤੇਮਾਲ ਕਰਨਾ ਪਏਗਾ। ਆਰਟੀਕਲ 161 ਦਾ
ਉਹ ਹੱਕ ਕਿਉਂ ਸਾਡੀਆਂ ਸੂਬਾ ਸਰਕਾਰਾਂ ਵਰਤੋਂ 'ਚ ਨਹੀਂ ਲਿਆਉਂਦੀਆਂ? ਇਹ ਵੀ ਚਲਾ ਜਾਣਾ ਹੌਲੀ ਹੌਲੀ, ਜਿਵੇਂ ਕੇਂਦਰੀਕਰਨ ਹੋ ਰਿਹਾ ਤਾਕਤਾਂ, ਤੇ ਵਰਤ ਲਓ ਮਾੜਾ ਮੋਟਾ ਲੋਕਾਂ ਦੇ ਪੱਖ 'ਚ ਜਿੰਨਾ ਕੁ ਵਰਤਿਆ ਜਾਂਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਔਰ ਇਹ ਸ਼ਾਂਤਮਈ ਅੱਜ ਦਾ ਅੰਦੋਲਨ ਜਿਹੜਾ ਹੈ, ਔਰ ਕੋਈ ਉਹਦੇ 'ਚ ਸਲੋਗਨ ਨਹੀਂ, ਕੁਝ ਨਹੀਂ, ਸਤਨਾਮ ਵਾਹਿਗੁਰੂ ਦਾ ਜਾਪ ਹੋਇਆ, ਸਾਰੇ ਜਾਪ ਕਰਦੇ ਹੀ ਗਏ ਨੇ। ਸ਼ਾਇਦ ਇਸ ਕਰਕੇ ਸੰਜਮ 'ਚ ਵੀ ਉਹ ਸਾਰੇ ਦਾ ਸਾਰਾ ਹੈ। ਔਰ ਇਹ ਇੱਕ ਗੱਲ ਦੀ ਸਰਾਹਨਾ ਕਰਨੀ ਬਣਦੀ ਹੈ ਕਿ ਪੰਜਾਬ ਨੇ ਕਿਸਾਨ ਅੰਦੋਲਨ ਤੋਂ ਲੈ ਕੇ ਲਗਾਤਾਰ ਜਿੰਨੇ ਅੰਦੋਲਨ ਲੜੇ, ਚਾਹੇ ਉਹ ਮੱਤੇਵਾੜੇ ਦਾ, ਚਾਹੇ ਉਹ ਜੀਰੇ ਦਾ, ਚਾਹੇ ਉਹ ਇਹ ਮੋਰਚਾ ਹੈ, ਚਾਹੇ ਉਹ ਬਹਿਬਲ ਦਾ ਮੋਰਚਾ ਹੈ, ਉਹਨੂੰ ਨਿਹਾਇਤ ਪੀਸਫੁਲ ਤਰੀਕੇ ਦੇ ਨਾਲ ਲੜਿਆ। ਮਤਲਬ ਸਰਕਾਰਾਂ ਨੂੰ ਵੀ ਸਬਰ ਦੀ ਇੰਤਹਾ ਨਹੀਂ ਕਰ ਲੈਣੀ ਚਾਹੀਦੀ ਕਿਸੇ ਦੀ, ਕਿ ਜਦੋਂ ਫਿਰ ਇੱਕ ਚਿੰਗ ਇਹੋ ਜਿਹੀ ਉੱਭਰਦੀ ਹੁੰਦੀ ਹੈ, ਜਿਵੇਂ ਅਕਾਲੀ ਮੋਰਚਾ ਨਾਲ ਪਹਿਲਾਂ 82 ਚ ਉੱਭਰੀ ਸੀ ਵੀ ਐ ਛਿੱਤਰ ਖਾਣੇ ਨੇ ਖਾਈ ਜਾਓ ਸੜਕਾਂ ਤੇ, ਤੁਸੀਂ ਠੰਡਾ ਮੱਤ ਝੱਲਣੀਆਂ ਨੇ ਝੱਲੀ ਜਾਓ, ਇੱਥੇ ਕੋਈ ਨਹੀਂ ਪੁੱਛਦਾ ਇਸ ਤਰੀਕੇ ਦੇ ਨਾਲ। ਕਿਤੇ ਦੂਜੀ ਧਾਰਾ ਫਿਰ ਇਹ ਕਹੇ ਵੀ ਇਹ ਤਾਂ ਜਦੋਂ ਧਿਰ ਪਾਵਾਂ ਦੀ ਹਾਰ ਦੀ ਤਾਂ ਜਾਇਜ਼ ਵਰਤੋਂ ਤਲਵਾਰ ਦੀ, ਤੇ ਹਾਚੋ ਚੀਜ਼ਾਂ ਬਹੁਤ ਪੰਜਾਂ ਨੇ, ਤੇ ਉਹ ਸਾਰੀਆਂ ਚੀਜ਼ਾਂ ਦੁਬਾਰਾ ਨਾ ਉਸ ਪੱਧਰ ਦੇ ਉੱਤੇ ਆ ਜਾਣ, ਉੱਥੇ ਤੱਕ ਨਾ ਤੱਕ ਕੇ ਭੇਜਿਆ ਜਾਏ। ਹਰ ਸਟੇਟ ਗਵਰਨਮੈਂਟ ਦਾ ਤੇ ਗਵਰਨਮੈਂਟ ਆਫ ਇੰਡੀਆ ਦਾ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਸੰਵਿਧਾਨ ਤੇ ਕਾਨੂੰਨ ਦੇ ਦਾਇਰੇ ਦੇ ਵਿੱਚ ਜੋ ਵੀ ਚੀਜ਼ਾਂ ਨੇ ਉਹਨੂੰ ਲਾਗੂ ਕਰੋ। ਉਹ ਤਾਂ ਅਜੇ ਉਹੀ ਮੰਗ ਰਹੇ ਨੇ, ਇਦੋਂ ਵੱਡੀ ਕੋਈ ਚੀਜ਼ ਨਹੀਂ ਮੰਗ ਰਹੇ ਜੀ। ਜਦੋਂ ਇਹ ਸ਼ਾਂਤਮਈ ਅੰਦੋਲਨ ਚੱਲਦੇ ਆ ਤੇ ਉਹਦੇ ਵਿੱਚ ਸਮਾਨਾਂਤਰ ਇੱਕ ਗਰਮਸੂਰ ਵੀ ਰਹਿੰਦੀ ਹੈ, ਜਿਹਨੂੰ ਜਦੋਂ ਵੀ ਸਪੇਸ ਮਿਲੇ ਉਹਨੇ ਡੋਮੀਨੇਟ ਕਰ ਜਾਣਾ ਹੁੰਦਾ। ਸੋ ਸਰਕਾਰਾਂ ਨੂੰ ਸਮਾਂ ਰਹਿੰਦਿਆਂ ਇਹਨਾਂ ਚੀਜ਼ਾਂ ਨੂੰ ਐਡਰੈਸ ਕਰ ਲੈਣਾ ਚਾਹੀਦਾ। ਭਾਸਕਰ ਸਾਹਿਬ, ਇਹ ਸੱਚ ਹੈ ਕਿ ਜਦੋਂ ਇਹ ਮੰਗ ਉੱਠ ਰਹੀ ਆ, ਸਰਕਾਰਾਂ ਵਾਰਾਖੰਦੀ ਪੋਲਿਟਿਕਸ ਵੀ ਕਰਦੀਆਂ ਨੇ ਔਰ ਉਹ ਚੋਣ ਵੀ ਆਪਣੇ ਢੰਗ ਨਾਲ ਕਰਦੀਆਂ, ਕਿੰਨਾ ਵਿਅਕਤੀਆਂ ਨੂੰ ਫਾਇਦੇ ਦੇਣੇ ਆ, ਕਿੰਨਾਂ ਨੂੰ ਪੈਰੋਲ ਦੇਣੀ ਆ। ਇਹੀ ਮਾਮਲਾ ਹੁਣ ਹਰਿਆਣੇ ਦੇ ਵਿੱਚ ਜਦੋਂ ਗੁਰਮੀਤ ਰਾਮ ਰਹੀਮ ਦੇ ਮਾਮਲੇ ਦੇ ਵਿੱਚ, ਔਰ ਉੱਥੇ ਉਹਦੀ ਸਜ਼ਾ ਵੀ ਮਾਫ ਹੋਈ ਆ, ਮੇਰੇ ਖਿਆਲ ਕੋਈ 90 ਦਿਨ ਦੀ ਹੋਈ ਆ ਕਿ ਜਾਂ 30 ਦਿਨ ਦੀ ਹੋਈ ਆ, ਇਸ ਤਰ੍ਹਾਂ ਦੀ ਕਨਸੋਵ ਵੀ ਸੀਗੀ ਕਿ ਸਜ਼ਾ ਵੀ, ਇਹ ਜਿਹੜਾ ਗਵਰਨਮੈਂਟ ਆਫ ਇੰਡੀਆ ਦਾ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਹੈ ਉਹਦੇ ਤਹਿਤ ਉਹਦੀ ਸਜ਼ਾ ਵੀ ਮਾਫ ਹੋਈ, ਉਹਨੂੰ ਪੈਰੋਲ ਵੀ ਮਿਲ ਗਈ। ਔਰ ਉਹ ਇੱਕ ਰੌਲਾ ਹੋਰ ਪੈ ਗਿਆ ਕਿ ਉਹ ਕਿਰਪਾਨ ਨਾਲ ਕੇਕ ਕੱਟ ਰਿਹਾ, ਇਹਨੂੰ ਧਾਰਮਿਕ ਭਾਵਨਾਵਾਂ ਨਾਲ ਜੋੜ ਕੇ ਵੀ ਕੁਝ ਧਿਰਾਂ ਦੇਖ ਰਹੀਆਂ, ਇਹਦੇ ਉੱਤੇ ਵੀ ਇੱਕ ਵਿਰੋਧ ਹੋ ਰਿਹਾ। ਇਹ ਸਾਰੀਆਂ ਚੀਜ਼ਾਂ ਵਾਰਾਖਾਂਦੀ ਰਾਜਨੀਤੀ ਨਾਲ ਜਾ ਜੁੜਦੀਆਂ ਕਿ ਜੇਕਰ ਤੁਸੀਂ ਪ੍ਰਭਾਵਸ਼ਾਲੀ ਲੋਕ ਚੋਣ ਰਣਨੀਤੀ ਦੇ ਨਜ਼ਰੀਏ ਤੋਂ ਉਹਨਾਂ ਨੂੰ ਫਾਇਦਾ ਦੇ ਸਕਦੇ ਹੋ, ਤੇ ਬੰਦੀ ਸਿੱਖ ਇੱਕ ਖਾਸ ਕਮਿਊਨਿਟੀ ਨਾਲ ਜੁੜੇ ਨੇ, ਇਕੱਲੇ ਇਸੇ ਨਜ਼ਰੀਏ ਨਾਲ ਨਾ ਦੇਖੋ। ਜਿੰਨੇ ਤਮਾਮ ਦੇਸ਼ ਦੇ ਵਿੱਚ ਲੋਕ ਸਜ਼ਾ ਭੁਗਤ ਚੁੱਕੇ ਨੇ, ਆਪਣੀਆਂ ਬਣਦੀਆਂ ਸਜ਼ਾਵਾਂ ਜੇਲ੍ਹਾਂ 'ਚ ਕੱਟ ਚੁੱਕੇ ਆ, ਉਹਨਾਂ ਨੂੰ ਆਜ਼ਾਦੀ ਦਿਓ, ਰਿਹਾਈ ਦਿਓ, ਤਾਂ ਹੀ ਤਾਂ ਫਿਰ ਸਾਡੀ ਆਜ਼ਾਦੀ ਤੇ ਸਾਡੇ ਗਣਤੰਤਰ ਸਾਰਥਕ ਹੋਣਗੇ। ਜਿੱਥੇ ਤੱਕ ਰੰਧਾਵਾ ਜੀ ਬੰਦੀ ਸਿੱਖਾਂ ਦਾ ਮੁੱਦਾ ਹੈ, ਤੁਸੀਂ ਮੈਨੂੰ ਕੋਈ ਵੀ ਪੰਜਾਬੀ ਦੇਖ ਲਓ ਜਿਨ੍ਹਾਂ ਨੇ ਇਸ ਮੰਗ ਦਾ ਵਿਰੋਧ ਕੀਤਾ ਹੋਵੇ। ਪੰਜਾਬੀ ਇੱਕ ਵੀ, ਭਾਵੇਂ ਕੋਈ ਹਿੰਦੂ ਹੈ, ਸਿੱਖ ਹੈ, ਸਾਰਿਆਂ ਨੇ ਇਕਜੁੱਟ ਹੋ ਕੇ ਇਹ ਗੱਲ ਕੀਤੀ ਹੈ ਵੀ ਜਿਹੜੇ ਬੰਦੀ ਸਿੱਖਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਕਾਨੂੰਨੀ ਤੌਰ ਤੇ ਉਹਨਾਂ ਦੀ ਰਿਹਾਈ ਸੰਭਵ ਹੈਗੀ ਹੈ, ਔਰ ਗੈਰ ਕਾਨੂੰਨੀ ਤੌਰ ਤੇ ਉਹਨਾਂ ਨੂੰ ਅੰਦਰ ਰੱਖਿਆ ਹੈ, ਤੇ ਉਹਨਾਂ ਦੀ ਰਿਹਾਈ, ਜਦ ਅਸੀਂ ਸਿਰਫ ਬੰਦੀ ਸਿੱਖਾਂ ਦੀ ਗੱਲ ਕਰਦੇ ਹਾਂ ਨਾ, ਤੇ ਕਈ ਵਾਰ ਇਸ ਇਸ਼ੂ ਨੂੰ ਥੋੜਾ ਜਿਹਾ ਲਿਮਿਟਡ ਕਰ ਦਿੰਦੇ ਆ। ਕੋਈ ਵੀ ਇਸ ਤਰ੍ਹਾਂ ਦਾ ਬੰਦੀ ਹੈਗਾ ਜਿਹਨੇ ਆਪਣੀ ਸਜ਼ਾ ਪੂਰੀ ਕਰ ਲਈ ਹੈ ਔਰ ਉਹਦੀ ਕਾਨੂੰਨੀ ਤੌਰ ਤੇ ਰਿਹਾਈ ਬਣਦੀ ਹੈ, ਤੇ ਉਹਨੂੰ ਰਿਹਾਈ ਹੋਣੀ ਚਾਹੀਦੀ ਹੈ। ਔਰ ਇਸ ਮੁੱਦੇ ਦੇ ਉੱਤੇ ਜਦ ਵੱਖ-ਵੱਖ ਪੋਲੀਟੀਕਲ ਪਾਰਟੀਆਂ ਰਾਜਨੀਤੀ ਸ਼ੁਰੂ ਕਰਦੀਆਂ ਨਾ, ਹੁਣ ਤੁਸੀਂ ਭਾਵੇਂ ਭਾਜਪਾ ਦੇ ਆਗੂ ਗਜਿੰਦਰ ਸਿੰਘ ਸ਼ੇਖਾਵਤ ਦੀ ਗੱਲ ਕੀਤੀ ਹੈ, ਉਹ ਵੀ ਕੱਲ ਜਥੇਦਾਰ ਸਾਹਿਬ ਨੂੰ ਮਿਲੇ ਤੇ ਉਹ ਵੀ ਇਹ ਗੱਲ ਨੂੰ ਮੰਨਦੇ ਨੇ ਕਿ ਜੀ ਕਾਨੂੰਨੀ ਤੌਰ ਤੇ ਅਗਰ ਰਿਹਾਈ ਬਣਦੀ ਹੈ ਤੇ ਹੋਣੀ ਚਾਹੀਦੀ ਹੈ, ਉਹ ਫਾਰਮ ਤੱਕ ਭਰ ਦਿੰਦੇ ਨੇ। ਔਰ ਕੇਜਰੀਵਾਲ ਉਹਨਾਂ ਦੀ ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਭਾਵੇਂ ਉਹਨਾਂ ਨੇ ਵੀ ਬੰਦੀ ਸਿੱਖ ਭੁੱਲਰ ਸਾਹਿਬ ਨੂੰ ਛੱਡਣ ਵਾਸਤੇ ਹਜੇ ਤੱਕ ਕੁਝ ਨਹੀਂ ਕੀਤਾ, ਪਰ ਇਸ ਮੰਗ ਦੇ ਉੱਤੇ ਉਹ ਵੀ ਕਿਤੇ ਨਾ ਕਿਤੇ ਇਹ ਕਹਿੰਦੇ ਹੋਏ ਪਾਏ ਜਾਂਦੇ ਨੇ ਕਿ ਬੰਦੀ ਸਿੱਖਿਆ ਨੂੰ ਛੱਡਿਆ ਜਾਣਾ ਚਾਹੀਦਾ, ਔਰ ਜਿਨ੍ਹਾਂ ਦੀ ਰਿਹਾਈ ਬੰਦੀ ਹੈ ਕਾਨੂੰਨੀ ਤੌਰ ਤੇ ਉਹਨਾਂ ਨੂੰ ਛੱਡਿਆ ਜਾਂਦਾ ਹੈ। ਰਾਜਨੀਤੀ ਕਰਕੇ ਇਹ ਮੁੱਦਾ ਲਟਕਦਾ। ਔਰ ਰਾਜੋਆਨਾ ਦੀ ਰਿਹਾਈ ਦੇ ਉੱਤੇ ਜਦ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੁੰਦੀ ਹੈ ਤੇ ਇਹੀ ਭਾਜਪਾ ਯਾਨੀ ਕੇਂਦਰ ਸਰਕਾਰ ਉੱਥੇ ਲਿਖ ਕੇ ਦੇ ਦਿੰਦੀ ਹੈ ਕਿ ਜੇ ਰਾਜੋਆਨਾ ਨੂੰ ਛੱਡਿਆ ਤੇ ਫਿਰ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਸਿਚੁਏਸ਼ਨ ਖਰਾਬ ਹੋ ਸਕਦੀ ਹੈ। ਇਹ ਸਿਰਫ ਔਰ ਸਿਰਫ ਰਾਜਨੀਤੀ ਹੈ। ਔਰ ਇਸ ਰਾਜਨੀਤੀ ਨੂੰ ਇੱਕ ਕਦਮ ਹੋਰ ਵਧਾਉਂਦੇ ਹੋਏ ਅਕਾਲੀ ਦਲ ਦੇ ਪੰਥਕ ਐਡਵਾਈਜ਼ਰੀ ਬੋਰਡ, ਉਹਨਾਂ ਨੇ ਵੀ ਇੱਕ ਨਿੱਠ ਕੇ ਮੀਟਿੰਗ ਕੀਤੀ। ਉਸ ਮੀਟਿੰਗ ਦੇ ਵਿੱਚ ਡੇਰਾ ਮੁਖੀ, ਹੁਣ ਕਹਿ ਲਓ ਆਪਾਂ ਡੇਰਾ ਮੁਖੀ ਕਵਾਂਗੇ ਉਹਨੂੰ ਕਿਉਂਕਿ ਹੈਗਾ ਡੇਰਾ ਮੁਖੀ, ਪਰ ਸਾਡੇ ਪੰਜਾਬ ਦੇ ਵਿੱਚ ਕਿਸੇ ਹੋਰ ਨਾਂ ਤੋਂ ਉਹਨਾਂ ਨੂੰ ਬੁਲਾਉਂਦੇ ਨੇ, ਉਹਨਾਂ ਨੂੰ 1 ਸਾਲ ਦੇ ਵਿੱਚ 4-5 ਵਾਰ ਪੈਰੋਲ। ਔਰ ਆ ਜਿਹੜੀ ਸਕੀਮ ਹੈ ਕੇਂਦਰ ਸਰਕਾਰ ਦੀ, ਉਹਦੇ ਵਿੱਚ 90 ਦਿਨ ਦੀ ਸਜ਼ਾ ਮਾਫ। ਇਹ ਕਿਉਂ? ਔਰ ਉਹ ਵੀ ਤਦ ਜਦ ਉਹ ਜੇਲ੍ਹ ਤੋਂ ਬਾਹਰ ਨਿਕਲ ਕੇ ਪੈਰੋਲ ਦੇ ਵਿੱਚ ਆ ਕੇ ਬਕਾਇਦਾ ਸਤਸੰਗ ਕਰਦਾ। ਔਰ ਬੀਜੇਪੀ ਦੇ ਹਰਿਆਣਾ ਦੇ ਇੱਕ MP ਔਰ
ਮੁੱਖ ਮੰਤਰੀ ਦੇ OSD ਉਹਨਾਂ ਨੂੰ ਨੈਸ਼ਨਲ ਲੈਵਲ ਦੇ ਪ੍ਰੋਗਰਾਮ ਦੇ ਵਿੱਚ VVIP ਦੇ ਤੌਰ ਤੇ ਗੈਸਟ ਬੁਲਾਉਂਦੇ ਨੇ। ਇਹ ਸਾਰੀ ਗੱਲਾਂ ਜਾ ਕਿਸ ਪਾਸੇ ਰਹੀ ਹੈ? ਔਰ ਜਦ ਪੰਥਕ ਜਿਹੜਾ ਪੰਥਕ ਬੋਰਡ ਐਡਵਾਈਜ਼ਰੀ ਬੋਰਡ ਕਹਿੰਦਾ ਹੈ ਉੱਥੇ ਤੱਕ ਤੇ ਠੀਕ ਹੈ। ਹਰਸਿਮਰਤ ਕੌਰ ਬਾਦਲ ਉਹਨਾਂ, ਸੁਖਬੀਰ ਸਿੰਘ ਬਾਦਲ ਉਹਨਾਂ ਕੱਲ ਟਵੀਟ ਤੋਂ ਟਵੀਟ ਛੱਡ ਕੇ ਇਹ ਗੱਲ ਕਹਿੰਦੇ ਨੇ ਕਿ ਅਸ ਜਿਹੜੇ ਰਾਮ ਰਹੀਮ ਨੂੰ ਹਰਿਆਣਾ ਦੀ ਜੇਲ੍ਹ ਤੋਂ ਸ਼ਿਫਟ ਕਰਕੇ ਕਿਸੇ ਹੋਰ ਸੂਬੇ ਦੀ ਜੇਲ੍ਹ ਵਿੱਚ ਭੇਜ ਦੇਣਾ ਚਾਹੀਦਾ ਹੈ, ਕਿਉਂਕਿ ਹਰਿਆਣਾ ਸਰਕਾਰ ਕੋਈ ਬਹੁਤ ਹੀ ਜ਼ਿਆਦਾ ਮਿਹਰਬਾਨ ਹੈਗੀ ਹੈ ਉਸ ਡੇਰਾ ਮੁਖੀ ਦੇ ਉੱਤੇ, ਤਾਂ ਹੀ ਕਰਕੇ ਉਹਨਾਂ ਨੂੰ ਬਾਰ-ਬਾਰ ਪੇਰੋਲ ਮਿਲ ਰਹੀ ਹੈ। ਜਦ ਇਹ ਗੱਲ ਕਹਿੰਦੇ ਨੇ ਤੇ ਨਾਲ ਹੀ ਬੀਜੇਪੀ ਦੇ ਆਗੂ ਉਸ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਉੱਪਰ ਵੀ ਆਰੋਪ ਲਾਉਂਦੇ ਨੇ ਕਿ 2017 ਦੇ ਵਿੱਚ ਜਦ ਕੇਸ ਦਰਜ ਕੀਤਾ ਗਿਆ ਸੀ, ਫਿਰ 2012 ਦੇ ਵਿੱਚ ਉਸ ਜਿਹੜੇ ਦਸ਼ਮ ਪਿਤਾ ਦੇ ਸਵਾਂਗ ਰਚਿਆ ਸੀਗਾ ਡੇਰਾ ਮੁਖੀ ਨੇ, ਉਸ ਮੁੱਦੇ ਦੇ ਉੱਤੇ ਬਾਅਦ ਚੋਂ ਢਿੱਲ ਕਿੰਨੇ ਵਰਤੀ ਸੀ, ਕਿਉਂ ਉਸ ਮੁੱਦੇ ਤੇ ਅੱਗੇ ਕਿਉਂ ਨਹੀਂ ਵਧੇ? ਔਰ ਜਿਸ ਤਰੀਕੇ ਨਾਲ ਉਸ ਡੇਰਾ ਮੁਖੀ ਨੂੰ ਅਕਾਲ ਤਖਤ ਤੋਂ ਮਾਫੀ ਦਿਲਵਾਈ ਸੀ, ਉਹ ਵੀ ਬਿਨਾਂ ਮਾਫੀ ਮੰਗੇ, ਔਰ ਬਾਅਦ ਚੋਂ ਮਾਫੀ ਨੂੰ ਕੈਂਸਲ ਕਰਨਾ ਪਿਆ ਸੀ। ਉਸ ਮੁੱਦੇ ਤੇ ਸੇਮ ਜਿਹੜੇ ਸੁਖਬੀਰ ਸਿੰਘ ਬਾਦਲ ਹੈ ਜੋ ਡੇਰਾ ਮੁਖੀ ਦਾ ਹੁਣ ਵਿਰੋਧ ਕਰਦੇ ਹੋਏ ਨਜ਼ਰ ਆਉਂਦੇ ਨੇ, ਇਸ ਮਾਮਲੇ ਦੇ ਉੱਤੇ ਚੁੱਪ ਹੋ ਜਾਂਦੇ ਨੇ ਕਿ 2017 ਦੇ ਵਿੱਚ ਡਿਕਲੇਅਰ ਕਰਕੇ ਤੁਸੀਂ ਇਸ ਡੇਰੇ ਦੀ ਹੀ ਸਪੋਰਟ ਲੈ ਕੇ ਇਲੈਕਸ਼ਨ ਲੜਨ ਦਾ ਫੈਸਲਾ ਕੀਤਾ ਸੀ, ਭਾਵੇਂ ਉਸ ਇਲੈਕਸ਼ਨ ਦੇ ਵਿੱਚ ਤੁਹਾਨੂੰ ਹਾਰ ਦਾ ਸਾਹਮਣਾ ਕਰਨਾ ਪਏ। ਯਾਨੀ ਮੁੱਦੇ ਨਿਕਲਦੇ ਕਿੱਥੋਂ ਨੇ ਤੇ ਵੜ ਕਿੱਥੇ ਜਾਂਦੇ ਨੇ, ਔਰ ਆਪਣੇ ਸਿੱਟੇ ਤੱਕ ਨਹੀਂ ਪਹੁੰਚ ਪਾਉਂਦੇ। ਉਸ ਦਾ ਸਾਰਿਆਂ ਦਾ ਕਾਰਨ ਇੱਕ ਰਾਜਨੀਤੀ ਹੈ ਜੋ ਵੱਖ-ਵੱਖ ਪਾਰਟੀਆਂ ਆਪਣੇ ਆਪਣੇ ਲੈਵਲ ਤੇ ਉਹ ਰਾਜਨੀਤੀ ਕਰਦੀਆਂ ਰਹਿੰਦੀਆਂ। ਜਿਹਨੂੰ ਜੋ ਵਾਰਾ ਖਾਂਦਾ ਹੈ ਉਹ ਕਰ ਲੈਂਦਾ ਹੈ। ਇਹ ਵੇਖੇ ਬਿਨਾ ਵੀ ਸਾਡੇ ਇਤਿਹਾਸ ਵਿੱਚ ਪਹਿਲਾਂ ਇਸੇ ਮਾਮਲੇ 'ਚ ਕਿਹੋ ਜਿਹਾ ਸਟੈਂਡ ਲਿਆ ਗਿਆ ਜਾਂ ਕੁਝ ਸਾਲ ਪਹਿਲਾਂ ਤੱਕ ਅਸੀਂ ਇੱਥੇ ਕੀ ਕਰ ਰਹੇ ਸੀਗੇ। ਸਰਦਾਰ ਹਰਮੀਤ ਸਿੰਘ ਜੀ, ਵੈਸੇ ਇੱਕ ਜਿਹੜੀ ਚਿੱਠੀ ਮੈਂ ਮਾਫੀ ਚਾਹੁੰਦਾ, ਇੱਕ ਖਬਰ ਘੁੰਮ ਰਹੀ ਆ, ਉਹ ਇੱਕ ਅਖਬਾਰ ਜਲੰਧਰੋਂ ਛਪਦੀ ਉਹਦੀ ਖਬਰ ਹੈ, ਜਿਹਦੇ ਵਿੱਚ ਇਹ ਕਿਹਾ ਗਿਆ ਕਿ ਰਾਜਪਾਲ ਨੇ ਕੋਈ ਜਵਾਬ ਤਲਬੀ ਕਰ ਲਈ ਪੰਜਾਬ ਸਰਕਾਰ ਦੀ ਕਿ ਤੁਹਾਡੀਆਂ ਅਫਸਰਾਂ ਦੀਆਂ ਮੀਟਿੰਗਾਂ 'ਚ ਕੋਈ ਗੈਰ ਅਧਿਕਾਰਤ ਲੋਕ ਵੀ ਆ ਜਾਂਦੇ ਆ। ਔਰ ਵੈਸੇ ਆਮ ਤੌਰ ਤੇ ਰਾਜਪਾਲ ਇਸ ਤਰ੍ਹਾਂ ਦੇ ਪੱਤਰ ਲਿਖਦੇ ਹੁੰਦੇ ਆ। ਕੀ ਇਹਨੂੰ ਸੱਚ ਮੰਨ ਲਈਏ ਕਿ ਗਵਰਨਰ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਕਿ ਆ ਪ੍ਰਤਾਪ ਸਿੰਘ ਬਾਜਵਾ ਨੇ ਵੀ ਸ਼ਿਕਾਇਤ ਕੀਤੀ ਫੋਟੋਆਂ ਲਾ ਕੇ, ਤੇ ਇਹਦੇ ਸੰਬੰਧੀ ਖਬਰਾਂ ਵੀ ਛਪ ਰਹੀਆਂ ਨੇ, ਫੋਟੋਆਂ ਵੀ ਆ ਰਹੀਆਂ ਨੇ, ਤੇ ਇਹਦੇ ਸੰਬੰਧੀ ਕੋਈ ਆਪਣਾ ਸਪਸ਼ਟੀਕਰਨ ਦਿਓ। ਪਤਾ ਲੱਗਿਆ ਖਬਰ ਅਨੁਸਾਰ ਕਿ ਉਹ ਸਪਸ਼ਟੀਕਰਨ ਹੁਣ ਬਣ ਨਹੀਂ ਪਾ ਰਿਹਾ। ਤੁਹਾਨੂੰ ਲੱਗਦਾ ਗਵਰਨਰ ਇੰਨਾ ਸੌਖਿਆਂ ਕੋਈ ਪੱਤਰ, ਅਧਿਕਾਰਤ ਪੱਤਰ ਲਿਖ ਦਿੰਦੇ ਨੇ, ਜਾਂ ਕੋਈ ਹੋਰ ਪ੍ਰੋਸੈਸ ਹੈ ਜਿਹਨੂੰ ਕਿਸੇ ਹੋਰ ਤਰੀਕੇ ਨਾਲ ਸਮਝਿਆ ਜਾ ਰਿਹਾ? ਵੈਸੇ ਤਾਂ ਇਦੋਂ ਪਹਿਲਾਂ 2 ਚਿੱਠੀਆਂ ਦਾ ਕਾਫੀ ਰੌਲਾ ਪਿਆ। ਗਵਰਨਰ ਲਿਖਤਾ ਦਿੰਦੇ ਨੇ ਕਈ ਮਾਮਲਿਆਂ 'ਚ, ਜਿਹੜੇ ਉਹ ਇੱਕ ਮਾਮਲੇ 'ਚ ਲਿਖਤੀ ਸੀਗੀ ਬੀਬੀ ਦੇ ਪਰਚਾ ਨਹੀਂ ਸੀ ਦਰਜ ਹੋ ਰਿਹਾ, ਪੁਲਿਸ ਵਾਲਿਆਂ ਨੂੰ ਜਿਹੜਾ ਮਤਲਬ ਬਚਾਉਣ ਦਾ ਇੱਕ ਤਰੀਕਾ ਵੀ ਜੇ ਮੈਂ ਹੁੰਦਾ ਤਾਂ FIR ਤੁਰੰਤ ਦਰਜ ਕਰਾ ਦਿੰਦਾ, ਜੇ ਡਿਊਟੀ 'ਚ ਹੁੰਦਾ, ਮੇਰੇ ਕੰਟਰੋਲ 'ਚ ਹੁੰਦਾ, ਤੁਸੀਂ ਨਹੀਂ ਕਰ ਰਹੇ, ਜਿਹੜਾ ਇਹ ਸਾਰਾ ਮਾਮਲਾ ਹੈ। ਪਰ ਨਾਰਮਲ ਪ੍ਰੋਸੀਜਰ ਤਾਂ ਇਹੀ ਰਿਹਾ ਕਿ ਜਿਹੜੀਆਂ ਚਿੱਠੀਆਂ ਤੁਸੀਂ ਵਾਈਸ ਚਾਂਸਲਰ ਦੇ ਮਾਮਲੇ 'ਚ ਵੀ ਦੇਖੀਆਂ ਨੇ, ਚਿੱਠੀ ਦਾ ਆਦਾਨ ਪ੍ਰਦਾਨ ਹੋਇਆ ਇੱਕ ਦੂਜੇ ਦੇ ਨਾਲ। ਇੱਕ ਚਿੱਠੀ ਆ ਕੁਲਦੀਪ ਸਿੰਘ ਜਿਹੜਾ ਸੀਗਾ SSP ਨੂੰ ਭੇਜਣ ਤੋਂ ਬਾਅਦ ਵੀ ਖਤੋ ਕਿਤਾਬ ਤੋਂ ਦੋਨਾਂ ਪਾਸਿਆਂ ਤੇ ਹੋਈ, ਜਿਹੜੀ ਚੀਫ ਮਿਨਿਸਟਰ ਤੇ ਇਹਦੇ ਵਿੱਚ। ਪਰ ਇਹ ਕਿਹਾ ਜਾਂਦਾ ਗਵਰਨਰ ਕਈ ਅੱਜ ਕੱਲ੍ਹ ਜ਼ਿਆਦਾ ਕਾਲੇ ਨੇ, ਥੋੜੇ ਜਿਹੇ ਆਪਣੀ ਲక్ష్మణ ਰੇਖਾ ਲੰਘ ਕੇ ਆਪਣਾ ਰੋਲ ਦੇਖਦੇ ਨੇ ਤੇ ਉਹ ਇਹੋ ਜਿਹੀਆਂ ਚੀਜ਼ਾਂ ਕਰਦੇ ਨੇ। ਪਰ ਨਾਰਮਲ ਡਿਸਕੋਰਸ ਜਿਹੜਾ ਹੁੰਦਾ ਹੈ, ਜਿਹੜਾ ਗੱਲ ਕੋਈ ਵੱਧ ਕੇ ਨਾ ਵੀ ਕਰੇ, ਤਾਂ ਜਿੰਨੇ ਵੀ ਡੈਪੂਟੇਸ਼ਨ ਗਵਰਨਮੈਂਟਾਂ ਕੋਲ ਜਾਂਦੇ ਨੇ, ਆਮ ਤੌਰ ਤੇ ਪੋਲੀਟੀਕਲ ਡੈਪੂਟੇਸ਼ਨ ਮਤਲਬ ਗਵਰਨਰ ਕੋਲ ਜਾਂਦੇ ਨੇ, ਜਿਹੜੀਆਂ ਵਿਰੋਧੀ ਧਿਰਾਂ ਨੇ, ਕਿਉਂਕਿ ਉਹ ਚੀਫ ਮਿਨਿਸਟਰ ਕੋਲ ਨਹੀਂ ਜਾਂਦੇ। ਚੀਫ ਮਿਨਿਸਟਰ ਕੋਲ ਤਾਂ ਜਨਤਕ ਜਥੇਬੰਦੀਆਂ, ਟ੍ਰੇਡ ਯੂਨੀਅਨ ਜਿਹੜਾ ਬਾਕੀ ਜਾਂਦੀਆਂ ਨੇ। ਔਰ ਜਿਹੜੀ ਵੀ ਉਹ ਚਿੱਠੀ ਲਿਖਦੇ ਨੇ ਜਾਂ ਕੋਈ ਡੈਪੂਟੇਸ਼ਨ ਜਾ ਕੇ ਮਿਲਦੇ ਨੇ, ਮੰਗ ਪੱਤਰ ਦਿੰਦੇ ਨੇ, ਤਾਂ ਇਹ ਸੁਭਾਵਕ ਹੈ ਕਿ ਗਵਰਨਰ ਨੇ ਉਹਨੂੰ ਰਿਕਮੈਂਡ ਕਰਕੇ ਸਰਕਾਰ ਨੂੰ ਤੋਰ ਦੇਣਾ ਹੁੰਦਾ, ਮੇਰੇ ਕੋਲ ਆਹ ਚੀਜ਼ ਆਈ ਹੈ, ਇਹਨੂੰ ਤੁਸੀਂ ਧਿਆਨ ਰੱਖੋ ਤੁਹਾਡੇ ਆਪ। ਉਹਨੂੰ ਉਸ ਤਰ੍ਹਾਂ ਦਾ ਲੈਟਰ ਦਾ ਰੂਪ ਨਹੀਂ ਮੰਨਿਆ ਜਾਂਦਾ, ਉਹ ਰੂਟੀਨ ਦੀ ਇੱਕ ਕਾਰਵਾਈ ਦਾ ਜਿਹੜਾ ਇੱਕ ਹੁੰਦਾ। ਜਿਵੇਂ ਇਹ ਚੀਜ਼ ਵੀ ਜਿਹੜੀ ਆਈ ਹੋਈ ਹੈ, ਇਹਦੇ ਚ ਵੀ ਪ੍ਰਤਾਪ ਸਿੰਘ ਬਾਜਵਾ ਨੇ ਬੀਇੰਗ ਅ ਲੀਡਰ ਆਫ ਆਪੋਜੀਸ਼ਨ ਚਿੱਠੀ ਲਿਖੀ ਹੋਈ ਹੈ, ਔਰ ਉਹਦੇ ਨਾਲ ਜਿਹੜਾ ਉਹ ਨਵਲ ਅਗਰਵਾਲ ਹੈ ਜਿਹੜਾ ਬੈਠਾ ਹੈ, ਉਹਦੀ ਫੋਟੋ ਵੀ ਨਾਲ ਅਟੈਚ ਕਰਕੇ ਭੇਜੀ ਹੋਈ ਹੈ ਗਵਰਨਰ ਸਾਹਿਬ ਨੂੰ। ਬਾਕੀ ਚੀਜ਼ਾਂ ਨੇ ਵੀ ਐ ਗੈਰ ਸੰਵਿਧਾਨਕ ਕੰਮ ਤੁਹਾਡੀ ਹੁੰਦੇ ਹੋਏ ਹੋ ਰਹੇ ਨੇ, ਤੁਸੀਂ ਦਾਖਲ ਦਿਓ ਸਰਕਾਰ ਦੇ ਵਿੱਚ, ਜਾਂ ਬਾਕੀ ਦੀਆਂ ਜਿਹੜੀਆਂ ਚੀਜ਼ਾਂ ਨੇ। ਔਰ ਉਹਦੇ ਬਾਰੇ ਹੀ ਉਹ ਰਿਕਮੈਂਡੇਸ਼ਨ ਜਿਹੜੀ ਹੈ ਪੰਜਾਬ ਦੀ ਸਰਕਾਰ ਕੋਲ ਭੇਜੀ। ਮਤਲਬ ਇਹਦੀ ਜਵਾਬ ਤਲਬੀ ਨਹੀਂ ਇਹਨੂੰ ਕਹੀ ਜਾ ਸਕਦੀ, ਇਹਦੀ ਇਹ ਭਾਈ ਸਾਹਿਬ ਆਹ ਤੁਹਾਡੇ ਬਾਰੇ ਆ ਰਹੇ ਨੇ, ਇਹਦੇ ਤੇ ਜਵਾਬ ਲੋਕ ਮੰਗ ਰਹੇ ਨੇ, ਤੁਸੀਂ ਕੀ ਕਰਨਾ ਕੀ ਨਹੀਂ, ਉਹ ਅਲੱਗ ਸਵਾਲ ਹੈ। ਔਰ ਇਹ ਜ਼ਰੂਰ ਨਾਰਮਲੀ ਇਹ ਮੰਨਿਆ ਜਾਂਦਾ ਹੈ ਕਿ ਗਵਰਨਰ ਜਿਹੜਾ ਵੀ ਮਤਲਬ ਕੋਈ ਚਿੱਠੀ ਤੇ
ਜਾਂ ਜਿਹੜੇ ਵੀ ਮੰਗ ਪੱਤਰ ਤੇ ਭੇਜਦਾ ਹੈ, ਤਾਂ ਅੱਗੇ ਪ੍ਰੋਸੀਜਰ ਇਹ ਹੁੰਦਾ ਕਿ ਚੀਫ ਮਿਨਿਸਟਰ ਤੇ ਗਵਰਨਰ ਦੀ ਇੰਨੀ ਕੁ ਬਣਦੀ ਹੈ ਕਿ ਉਹ ਮਹੀਨੇ 20 ਦਿਨ ਚ ਮਿਲਦੇ ਰਹਿੰਦੇ ਨੇ ਆਪਸ ਦੇ ਵਿੱਚ, ਨਾਰਮਲੀ ਬਰੀਫ ਕਰ ਦਿੰਦੇ ਨੇ ਵੀ ਮਾਮਲਾ ਇੰਨਾ ਕਹਿ ਜੇ ਇਦੋਂ ਕੋਈ ਗੱਲ ਨਹੀਂ ਹੈ ਤੇ ਆ ਨਹੀਂ। ਸਾਡੇ ਪ੍ਰੋਬਲਮ ਇਹ ਬਣੀ ਹੋਈ ਹੈ ਸ਼ਾਇਦ ਸਟੇਟ 'ਚ ਅਜੇ ਤੱਕ, ਗਵਰਨਰ ਤੇ ਚੀਫ ਮਿਨਿਸਟਰ ਦੀ ਆਪਸੀ ਮੇਲ ਮਾਚ ਜਿਹੜੀ ਆ ਉਹ ਮੇਚ ਨਹੀਂ ਆ ਰਹੀ। ਉਹ ਅਜੇ ਮਤਲਬ ਮਿਲਣਾ ਨੂੰ ਸ਼ਾਇਦ ਪਸੰਦ ਨਹੀਂ ਕਰਦੇ, ਇੱਕ ਦੂਜੇ ਨਾਲ ਬਹੁਤਾ ਤਾਲਮੇਲ ਦੇ ਵਿੱਚ ਯਕੀਨ ਉਸ ਪੱਧਰ ਦੇ ਉੱਤੇ ਰੱਖਦੇ ਨਹੀਂ ਹੈ, ਔਰ ਨਹੀਂ ਤਾਂ ਫਿਰ ਉਹ ਗੱਲਾਂ ਹੋ ਜਾਣਾ। ਔਰ ਗਵਰਨਰ ਨੂੰ ਵੀ ਸ਼ਾਇਦ ਬਹੁਤਾ ਕਈ ਵਾਰ ਇਹੋ ਜਿਹਾ ਹੀ ਹੁੰਦਾ ਵੀ ਚੀਫ ਮਿਨਿਸਟਰ ਮਾਨ ਹੈ, ਮੈਨੂੰ ਤਾਂ ਮਿਲਣਾ ਹੀ ਨਹੀਂ ਆਉਂਦਾ, ਸੁਲਾ ਸਪਾਈ ਮਾਰਨ ਵੀ ਨਹੀਂ ਆਉਂਦਾ, ਤੇ ਇਸ ਲੈਵਲ ਦੀ ਗੱਲ ਵੀ ਨਹੀਂ ਕਰਦੇ। ਅਜੇ ਉਹ ਟਕਰਾਅ ਚੱਲ ਰਿਹਾ। ਇੱਕ ਟਕਰਾਅ ਉਹ ਹੈ ਤੇ ਦੂਜਾ ਟਕਰਾਅ ਇਹ ਵੀ ਹੈ ਕਿ ਗਵਰਨਮੈਂਟ ਆਫ ਇੰਡੀਆ ਨੇ ਵੀ ਹੁਣ ਗਵਰਨਰਾਂ ਨੂੰ ਛੂਟ ਜ਼ਿਆਦਾ ਦੇ ਰੱਖੀ ਹੈ ਉਸ ਪੱਧਰ ਦੇ ਉੱਤੇ। ਆਪਾਂ ਕੱਲਾ ਇੱਥੇ ਦੀ ਗੱਲ ਨਹੀਂ ਕਰਦੇ, ਚਾਹੇ ਉਹ ਬੰਗਾਲ ਦਾ, ਕੇਰਲਾ ਦਾ, ਕਰਨਾਟਕਾ ਦਾ, ਈਵਨ ਤਾਮਿਲਨਾਡੂ ਦਾ, ਡਿਫਰੈਂਟ ਟਾਈਪ ਤੇ ਹੀ ਚੱਲ ਰਿਹਾ ਹੈ ਕਲੇਸ਼ ਜਿਹੜਾ ਉਸ ਲੈਵਲ ਤੇ ਹੈ। ਹਾਂ, ਇਹ ਸੈਂਸਿਟਿਵ ਇਸ਼ੂ ਨੇ, ਔਰ ਜਿਹੜੇ ਅਜੇ ਵੀ ਪੈਂਡਿੰਗ ਪਏ ਨੇ ਕਈ ਮੁੱਦੇ ਨੇ। ਇੱਕ ਗੱਲ ਇਹਦੇ ਨਾਲ ਹੀ ਜੋੜ ਕੇ ਚੱਲਦੀ ਹੈ ਕਿ ਪੀਟੀਯੂ ਦੇ ਮਾਮਲੇ ਦੇ ਵਿੱਚ ਗਵਰਨਰ ਨੇ ਪੁੱਛਿਆ ਸਰਕਾਰ ਨੂੰ ਇਹ ਕਰਕੇ ਕਿ ਤੁਸੀਂ ਸੀਨੀਅਰ ਮੋਸਟ ਪ੍ਰੋਫੈਸਰ ਨੂੰ ਜਾਂ ਸੀਨੀਅਰ ਮੋਸਟ ਡੀਨ ਨੂੰ ਕਿਉਂ ਨਹੀਂ ਚਾਰਜ ਦਿੱਤਾ, ਸੈਕਟਰੀ ਕਿਉਂ ਲੱਗਦੇ ਆ ਰਹੇ ਨੇ ਲਗਾਤਾਰ, 4-5 ਸੈਕਟਰੀ ਲੱਗੇ ਨੇ 2021 ਤੋਂ ਬਾਅਦ, ਤੁਸੀਂ ਵਾਈਸ ਚਾਂਸਲਰ ਨਹੀਂ ਲਾਇਆ। ਇਹ ਜਿਹੜੀਆਂ ਚੀਜ਼ਾਂ ਨੇ ਚੱਲ ਰਹੀਆਂ ਨੇ ਸਰਕਾਰ ਤੇ ਗਵਰਨਰ ਦੇ ਵਿੱਚ, ਮਾਮਲਾ ਕੋਈ ਬਹੁਤ ਜ਼ਿਆਦਾ ਸ਼ਾਰਟ ਆਊਟ ਨਹੀਂ ਹੋਏ, ਅਜੇ ਥੋੜਾ ਜਿਹਾ ਦਬਿਆ ਹੋਇਆ, ਪਰ ਉਹ ਖੀਰ ਰਿੱਝ ਰਹੀ ਹੈ ਕਿਸੇ ਨਾ ਕਿਸੇ ਨੂੰ। ਉਹ ਮਿਲਣਾ ਤੇ ਚਾਹੁੰਦੇ ਨੇ, ਮਿਲਣਾ ਤਾਂ ਦੋਵੇਂ ਹੀ ਚਾਹੁੰਦੇ ਨੇ, ਗਵਰਨਰ ਸਾਹਿਬ ਵੀ, ਮੁੱਖ ਮੰਤਰੀ ਸਾਹਿਬ ਵੀ। ਤੇ ਮੁੱਖ ਮੰਤਰੀ ਸਾਹਿਬ ਨੂੰ ਵੀ ਦਿੱਲੀ ਵੱਲ ਵੇਖਣਾ ਪੈਂਦਾ, ਤੇ ਸ਼ਾਇਦ ਗਵਰਨਰ ਸਾਹਿਬ ਨੂੰ ਵੀ। ਬਹੁਤੇ ਫਰੂਟਫੁਲ ਰਿਸ਼ਤੇ ਹੋ ਗਏ, ਇਹ ਨਾਰਾਜ਼ਗੀਆਂ ਵੱਡੀਆਂ ਨਾ ਹੋ ਜਾਣ। ਸੋ ਚਾਹ ਦਾ ਕੱਪ, ਕੌਫੀ ਦਾ ਕੱਪ ਜਾਂ ਸੂਪ ਤੇ ਇਹ ਕਿਸੇ ਦਿਨ ਬੈਠ ਵੀ ਲੈਣਗੇ। ਭਾਸਕਰ ਸਾਹਿਬ ਆਓ ਫਿਰ। ਨਵਲ ਅਗਰਵਾਲ ਦੇ ਨਾਂ ਤੇ ਬਾਜਵਾ ਸਾਹਿਬ ਨੇ ਪਹਿਲੇ ਵੀ ਸ਼ੋਰ ਕਾਫੀ ਮਚਾਇਆ ਸੀਗਾ, ਔਰ ਉਹ ਮੁੱਦਾ ਹੈ ਵੀ ਬੜਾ ਜੈਨੂਇਨ ਸੀਗਾ। ਜੇ ਲੀਡਰ ਆਫ ਆਪੋਜੀਸ਼ਨ ਇਸ ਤਰੀਕੇ ਦੇ ਸੈਂਸਿਟਿਵ ਮੁੱਦੇ ਜਿਹਦੇ ਸਬੂਤ ਵੀ ਉਹਨਾਂ ਕੋਲ ਹੈਗੇ ਨੇ, ਇਹ ਤੇ ਬਿਲਕੁਲ ਜਗ ਜ਼ਾਹਿਰ ਚੀਜ਼ ਹੈ ਕਿ ਇੱਕ ਮੀਟਿੰਗ ਜਿਹੜੇ ਵੱਡੇ ਸਰਕਾਰੀ ਅਫਸਰਾਂ ਦੀ ਹੈ, ਉਹਦੇ ਵਿੱਚ ਗੈਰ ਸਰਕਾਰੀ ਔਰ ਇੱਕ ਜਿਹਨੂੰ ਕਹੀਏ ਅਨਆਥੋਰਾਈਜ਼ਡ ਪਰਸਨ ਦਾ ਬਹਿਣਾ ਆਪਣੇ ਆਪ ਵਿੱਚ ਹੀ ਬੜਾ ਸੀਰੀਅਸ ਦੀ ਗੱਲ ਹੈਗੀ ਹੈ। ਓਥ ਆਫ ਸੀਕ੍ਰੇਸੀ ਦੀ ਗੱਲ ਬਾਜਵਾ ਸਾਹਿਬ ਨੇ ਵੀ ਕੀਤੀ ਸੀ। ਓਥ ਆਫ ਸੀਕ੍ਰੇਸੀ ਦੀ ਗੱਲ ਉਸ ਫੋਟੋ ਦੇ ਵਿੱਚ ਵੀ ਨਜ਼ਰ ਆਉਂਦੀ ਹੈ ਕਿ ਉਹਦਾ ਗੋਲਾ ਮਾਰ ਕੇ ਨਵਲ ਅਗਰਵਾਲ ਇਹ ਹੈ ਕੌਣ, ਉਹ ਕੌਣ ਹੈ, ਸਰਕਾਰ ਹਜੇ ਤੱਕ ਜਵਾਬ ਨਹੀਂ ਦੇ ਪਾਈ। ਕੋਈ ਕਹਿੰਦਾ ਵੀ ਫਲਾਣੇ ਫਲੋਰ ਤੇ ਬਹਿੰਦਾ, ਹਾਲਾਂਕਿ 8ਵੀਂ ਪਤਾ ਨਹੀਂ 9ਵੀਂ ਫਲੋਰ ਦੇ ਉੱਤੇ ਉਹਨਾਂ ਦਾ ਕੋਈ 5 ਨੰਬਰ ਕਮਰਾ ਹੈ, ਇਦਾਂ ਦੀ ਗੱਲ ਤੇ ਤੁਰੀ ਸੀ, ਜਿਹੜਾ ਕਮਰਾ ਕਦੀ ਰਾਘਵ ਚੱਡਾ ਉਹਨਾਂ ਨੂੰ ਅਲਾਟ ਹੋਇਆ ਸੀ। ਪਰ ਇਸ ਮੁੱਦੇ ਦੇ ਉੱਤੇ ਸਰਕਾਰੀ ਪੱਧਰ ਤੇ ਕੋਈ ਜਵਾਬ ਨਹੀਂ ਆਇਆ। ਹੁਣ ਵਾਇਆ ਗਵਰਨਰ ਇਹ ਇਸ਼ੂ ਚੁੱਕਿਆ, ਉਹ ਚਿੱਠੀ ਗਵਰਨਰ ਸਾਹਿਬ ਨੇ ਲਿਖੀ ਹੈ ਕਿ ਨਹੀਂ ਲਿਖੀ ਹੈ ਸਾਨੂੰ ਨਹੀਂ ਪਤਾ, ਪਰ ਇਸ ਮੁੱਦੇ ਦੇ ਉੱਤੇ ਸਰਕਾਰ ਕਸੂਤੀ ਫਸਦੀ ਨਜ਼ਰ ਆਉਂਦੀ ਹੈ। ਇਸ ਗੱਲ ਦਾ ਸਾਨੂੰ ਚੰਗੀ ਤਰ੍ਹਾਂ ਪਤਾ ਹੈ, ਸਰਕਾਰ ਇਸ ਗੱਲ ਦਾ ਜਵਾਬ ਦਿੰਦੀ ਵੀ ਹੈ ਜਾਂ ਨਹੀਂ ਦਿੰਦੀ, ਕਿਉਂਕਿ ਅਗਰ ਇਹ ਚਿੱਠੀ ਗਵਰਨਰ ਸਾਹਿਬ ਨੇ ਲਿਖੀ ਹੁੰਦੀ ਤੇ ਫਿਰ ਜਵਾਬ ਸਰਕਾਰ ਨੂੰ ਦੇਣਾ ਪੈਣਾ ਸੀਗਾ, ਕਿਉਂਕਿ ਗਵਰਨਰ ਕੋਲ ਇਹ ਰਾਈਟ ਹੈ ਕਿ ਉਹਨਾਂ ਦੀ ਦਿਲਾਈ ਹੋਈ ਸਹੁੰ ਨੂੰ ਅਗਰ ਕੋਈ ਸਰਕਾਰੀ ਪੱਧਰ ਤੇ ਤੋੜਦਾ ਹੈ ਜਾਂ ਉਹਦਾ ਕੋਈ ਉਲੰਘਣ ਕਰਦਾ ਹੈ ਤੇ ਫਿਰ ਸਹੁੰ ਦੀ ਰਖਵਾਲੀ ਕਰਨਾ ਵੀ ਉਹ ਵੀ ਗਵਰਨਰ ਸਾਹਿਬ ਦੇ ਅਧਿਕਾਰ ਖੇਤਰ ਦੇ ਵਿੱਚ ਆਂਦਾ ਹੀ ਹੈਗਾ। ਹੁਣ ਅੱਗੇ ਚੱਲ ਕੇ ਇਹ ਗੱਲ ਕਿੱਥੇ ਜਾਂਦੀ ਹੈ, ਕਿਉਂਕਿ ਬਾਜਵਾ ਸਾਹਿਬ ਨੇ ਵਾਇਆ ਗਵਰਨਰ ਅੱਗੇ ਗੱਲ ਤੋਰੀ ਤੇ ਹੈ, ਪਰ ਗਵਰਨਰ ਸਾਹਿਬ ਵੀ ਇਸ ਗੱਲ ਨੂੰ ਲੌਜੀਕਲ ਕਨਕਲੂਜਨ ਤੱਕ ਲੈ ਕੇ ਜਾਂਦੇ ਜਾਂ ਨਹੀਂ ਜਾਂਦੇ, ਇਹ ਸਰਕਾਰ ਦੇ ਜਵਾਬ ਦੇ ਉੱਤੇ ਡਿਪੈਂਡ ਕਰਦਾ। ਸਰਕਾਰ ਕਿੰਨੀ ਛੇਤੀ ਤੇ ਕਿੰਨੀ ਸਖਤੀ ਨਾਲ ਇਸ ਗੱਲ ਦਾ ਜਵਾਬ ਦਿੰਦੀ ਹੈ। ਜਿਸ ਸਖਤੀ ਔਰ ਜਿਸ ਤਲਖੀ ਦੀ ਉਮੀਦ ਘੱਟ ਤੋਂ ਘੱਟ ਇਸ ਮੁੱਦੇ ਤੇ ਸਰਕਾਰ ਦੁਆਰਾ ਲਿਖੀ ਹੋਈ ਚਿੱਠੀ ਦੇ ਵਿੱਚ ਨਹੀਂ ਕੀਤੀ ਜਾ ਸਕਦੀ, ਕਿਉਂਕਿ ਇਸ ਮੁੱਦੇ ਦੇ ਉੱਤੇ ਕੋਈ ਸਫਾਈ ਬਣਦੀ ਨਹੀਂ। ਦੇਖੋ ਗਵਰਨਰ ਸਾਹਿਬ ਕੀ ਕਰਦੇ ਇਹ ਤਾਂ ਅਲੱਗ ਇਸ਼ੂ ਹੈ, ਪਰ ਆ ਜਿਹੜੇ ਕਮਰੇ ਅਲਾਟ ਕਰਨ ਦੀਆਂ ਸੈਕਟਰੀਏਟ ਦੇ ਵਿੱਚ ਜਾਂ ਕੋਠੀਆਂ ਅਲਾਟ ਕਰਨ ਦਾ, ਇਹ ਕਦੇ ਉਹਨਾਂ ਨਾਵਾਂ ਤੇ ਨਹੀਂ ਹੁੰਦੀਆਂ ਜਿਹੜੇ ਵਰਤਦੇ ਆ। ਸਰਕਾਰਾਂ ਕੋਲ ਬੜੇ ਤਰੀਕੇ ਹੁੰਦੇ ਕਿਸੇ ਹੋਰ ਦੇ ਨਾਂ ਤੇ। ਮੁੱਖ ਮੰਤਰੀ ਦੇ ਖਾਤੇ 'ਚ ਕਿੰਨਾ ਕੁਝ ਅਲਾਟ ਹੋਇਆ ਰਹਿੰਦਾ, ਕਿਉਂਕਿ ਅਮਲਾ ਫੈਲਾ ਹੀ ਬੜਾ ਹੁੰਦਾ ਨਾ ਜੀ, ਤੇ ਉਹਨਾਂ ਨੇ ਫਿਰ ਆਪਣੇ ਢੰਗ ਨਾਲ ਅੱਗੇ ਵਧਣਾ ਹੁੰਦਾ। ਵੈਸੇ ਬਾਜਵਾ ਸਾਹਿਬ ਨੂੰ ਵੀ ਚਾਹੀਦਾ ਕਿ ਉਹ ਵਫਦ ਲੈ ਕੇ ਮੁੱਖ ਮੰਤਰੀ ਸਾਹਿਬ ਨੂੰ ਹੀ ਮਿਲ ਆਉਂਦੇ, ਉੱਥੋਂ ਹੀ ਪੁੱਛ ਲੈਂਦੇ, ਸਿੱਧੀ ਜਾਣਕਾਰੀ ਲੈ ਲੈਂਦੇ। ਉਹਨਾਂ ਨੂੰ ਵੀ ਸੁਰਖੀ ਚਾਹੀਦੀ, ਮੁੱਦਾ ਚਾਹੀਦਾ, ਮੁੱਦਾ ਬਣਾ ਲੈਂਦੇ ਨੇ। ਵੈਸੇ ਹਮੀਰ ਸਿੰਘ ਜੀ, ਆਖਰੀ ਗੱਲ ਕਰਦੇ ਆ ਆਪਾਂ, ਫਿਰ ਇਸ ਤੋਂ ਬਾਅਦ ਵਿਰਾਮ ਦਿੰਦੇ ਆ। ਅਕਾਲੀ ਦਲ ਨਾਲ ਸੰਬੰਧਿਤ ਵੀ ਇੱਕ ਖਬਰ ਨਸ਼ਰ ਹੋ ਰਹੀ ਸੀਗੀ, ਜਿਹਦੇ ਵਿੱਚ ਇਹ ਕਿਹਾ ਗਿਆ ਕਿ ਪੰਥਕ ਸਲਾਹਕਾਰ ਬੋਰਡ ਨੇ ਸਾਫ਼ ਲਫ਼ਜ਼ਾਂ 'ਚ ਕਿਹਾ ਕਿ ਮੁੜ ਕੇ ਆਪਣੀ ਜਾਂ ਰਿਵਾਈਵਲ ਲਈ ਜਾਂ ਮੁੜ ਵਸੇਬੇ ਲਈ, ਲੋਕ ਮਨਾਂ 'ਚ ਪ੍ਰਵਾਨਗੀ ਲਈ ਇੱਕ ਵਾਰੀ ਸਾਨੂੰ ਪੂਰੇ ਮਨ ਨਾਲ ਮਾਫੀ ਮੂਫੀ ਮੰਗਣੀ ਚਾਹੀਦੀ ਆ, ਤੇ ਸਾਨੂੰ ਆਪਣੇ ਪੈਂਤੜੇ ਦਰੁਸਤ ਕਰਨੇ ਚਾਹੀਦੇ ਆ। ਤੁਹਾਡੇ ਕਾਫੀ ਅੰਦਰ ਸਰੋਤ ਰਹਿੰਦੇ ਆ, ਲੀਡਰਸ਼ਿਪ, ਅਕਾਲੀ ਲੀਡਰਸ਼ਿਪ ਹੋਵੇ ਜਾਂ ਬਾਕੀ, ਤੁਹਾਡੀ ਗੱਲਬਾਤ ਚੱਲਦੀ ਰਹਿੰਦੀ ਆ। ਚੁੱਭੀ ਮਾਰ ਕੇ ਦੱਸੋ ਤਾਂ
ਕਿ ਸੱਚਮੁੱਚ ਆਉਂਦੇ ਦਿਨਾਂ 'ਚ ਅਕਾਲੀ ਦਲ ਆਪਣੇ ਸਰੂਪ ਨੂੰ ਬਦਲਣ ਲਈ, ਆਪਣੀ ਅਪਰੋਚ ਨੂੰ ਬਦਲਣ ਲਈ, ਆਪਣੀਆਂ ਨੀਤੀਆਂ ਬਦਲਣ ਲਈ ਕੁਝ ਤੁਰੰਤ ਕਰਨ ਜਾ ਰਿਹਾ, ਇਸ ਖਬਰ ਦੇ ਹਵਾਲੇ ਨਾਲ? ਵੈਸੇ ਤਾਂ ਜਿਹੜਾ ਪੰਥਕ ਸਲਾਹਕਾਰ ਬੋਰਡ ਹੈ ਨਾ, ਪ੍ਰਧਾਨ ਜੀ ਉਹਦੇ ਵੀ ਪ੍ਰਧਾਨ ਨੇ, ਉਹਦੀ ਪ੍ਰਧਾਨਗੀ ਵੀ ਉਹੀ ਕਰਦੇ ਨੇ। ਵੈਸੇ ਅਜੀਬ ਦੀ ਐਡਵਾਈਜ਼ਰੀ ਬੋਰਡ ਹੁੰਦੇ ਨੇ ਜਿਹਨਾਂ ਦੇ ਪ੍ਰਧਾਨ ਪ੍ਰਧੂਨ ਅਲੱਗ ਹੋਣ, ਅਲੱਗ ਮੀਟਿੰਗ ਕਰਨ, ਪ੍ਰਧਾਨ ਦੀ ਐਬਸੈਂਟ 'ਚ ਕਰਨ ਤਾਂ ਉਹ ਚੰਗੀ ਗੱਲ ਹੈ, ਜ਼ਿਆਦਾ ਖੁੱਲ ਕੇ ਗੱਲ ਹੋ ਜਾਂਦੀ ਹੈ। ਪਰ ਉਹ ਫਿਰ ਵੀ ਪ੍ਰਧਾਨ ਜੀ ਦੀ ਮੌਜੂਦਗੀ ਦੇ ਵਿੱਚ ਵੀ ਗੱਲਬਾਤ ਹੋਈ। ਉੱਥੇ ਵੀ ਦੋ ਗਰੁੱਪ ਬਣਦੇ ਨੇ, ਕੁਝ ਤਾਂ ਅਸਲੋਂ ਹੀ ਚਾਪਲੂਸ ਹੁੰਦੇ ਨੇ ਵੀ ਕੁਝ ਹੋ ਜੇ ਦੁਨੀਆ ਇੱਧਰ ਦੀ ਉੱਧਰ, ਆਪਾਂ ਤਾਂ ਨਾਲ ਹੀ ਰਹਿਣਾ ਹੈ, ਜੋ ਹੁਕਮ ਹੋ ਗਿਆ ਤੇ ਆਪਾਂ ਉਵੇਂ ਹੀ ਚੱਲਣਾ ਹੈ। ਪਰ ਕੁਝ ਲੋਕ ਇਹ ਸੋਚਦੇ ਜਿਹੜੇ ਲੰਮੇ ਦਾਅ ਤੋਂ ਸੋਚਦੇ ਨੇ, ਪਾਰਟੀਆਂ ਦੇ ਵਿੱਚ ਆਉਂਦੇ ਨੇ, ਆਪਣਾ ਵੀ ਭਵਿੱਖ ਉਹਨਾਂ ਦਾ ਹੁੰਦਾ ਤੇ ਪੰਜਾਬ ਬਾਰੇ ਵੀ ਕੁਝ ਜੇਕਰ ਦਿਮਾਗ 'ਚ ਹੁੰਦਾ ਥੋੜਾ ਬਹੁਤ ਨਾਲ ਆਪਣੇ ਭਵਿੱਖ ਨਾਲ ਜੋੜ ਕੇ, ਤਾਂ ਇਹ ਚਰਚਾ ਬੜੇ ਲੰਮੇ ਸਮੇਂ 'ਚ ਹਰ ਮੀਟਿੰਗ 'ਚ ਹੁੰਦੀ ਹੈ ਤੇ ਇਸ ਮੀਟਿੰਗ ਦੇ ਵਿੱਚ ਵੀ ਚੱਲੀ ਹੈ ਕਿ ਜੋ ਮਰਜ਼ੀ ਹੈ, ਹਕੀਕਤ ਜੋ ਮਰਜ਼ੀ ਹੋਵੇ, ਸਾਡੇ ਬਾਰੇ ਪਰਸੈਪਸ਼ਨ ਇਹ ਬਣੀ ਪਈ ਹੈ ਪੰਜਾਬ ਦੇ ਲੋਕਾਂ ਦੀ ਕਿ ਅਸੀਂ ਇਨਸਾਫ ਨਹੀਂ ਦਵਾ ਸਕੇ। ਸਾਡੀ ਭੂਮਿਕਾ ਹੈ ਉਹ ਸਾਰੇ ਮਾਮਲੇ 'ਚ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ, ਬਾਈਬਲ ਕਲਾ ਦਾ ਮਾਮਲਾ ਤੇ ਬਾਕੀ ਦੇ 'ਚ। ਇਸ ਲਈ ਖਹਿੜਾ ਛੁੱਟਣਾ ਨਹੀਂ ਹੈ ਅਕਾਲ ਤਖਤ ਤੇ ਜਾਂ ਕਿਤੇ ਵੀ ਜਾ ਕੇ ਪੂਰੀ ਤਰ੍ਹਾਂ ਇੱਕ ਮਾਫੀ ਦਾ ਇੱਕ ਕੋਈ ਤਰੀਕਾ ਲੱਭੇ ਬਿਨਾਂ ਕਿਸੇ ਵੀ ਟਾਈਪ ਦਾ। ਔਰ ਇਹ ਕਿਹਾ ਜਾ ਰਿਹਾ ਕਿ ਜਲੰਧਰ ਦੀ ਜਿਮਨੀ ਚੋਣ ਤੋਂ ਪਹਿਲਾਂ ਬੜਾ ਜ਼ੋਰ ਲੱਗ ਰਿਹਾ ਅੰਦਰ ਅਕਾਲੀ ਦਲ ਦੇ ਕਿ ਉਦੋਂ ਪਹਿਲਾਂ ਕਰ ਲਿਆ ਜਾਏ ਕਿਸੇ ਮੌਕੇ ਆ ਕੇ। ਹੁਣ ਕੁਝ ਲੋਕ ਇਹ ਦਲੀਲ ਦੇਣ ਦਾ ਕਿ ਕੁਝ ਲੀਡਰ ਵੀ ਜੇ ਹੁਣ ਜਾਂਦੇ ਆ ਇਦੋਂ ਤਾਂ ਪਹਿਲਾਂ ਹੀ ਚਲੇ ਜਾਂਦੇ, ਲੋਕ ਕਹਿਣਗੇ ਵੀ ਇਹ ਲੋਕਾਂ ਦਾ ਦਬਾਅ ਹੈ ਜੀ, ਦੇਖੋ ਜੀ ਇਹ ਤਾਂ ਵਿਰੋਧੀਆਂ ਦੇ ਦਬਾਅ ਕਰਕੇ ਚਲੇ ਗਏ। ਮੈਨੂੰ ਲੱਗਦਾ ਲੋਕਤੰਤਰ 'ਚ ਜੇ ਲੋਕਾਂ ਦਾ ਦਬਾਅ ਕਰਕੇ ਚਲੇ ਜਾਓ ਚੰਗੀ ਹੁੰਦੀ ਹੈ, ਸਗੋਂ ਲੋਕਤੰਤਰ ਤਾਂ ਚੰਗਾ ਹੀ ਹੁੰਦਾ ਵੀ ਦੇਖੋ ਜੀ ਅਸੀਂ ਤਾਂ ਲੋਕਾਂ ਦੀ ਮੰਨ ਕੇ, ਸਾਨੂੰ ਤਾਂ ਸਦਬੁੱਧੀ ਨਹੀਂ ਆਈ, ਲੋਕਤੰਤਰ 'ਚ ਲੋਕ ਸੁਪਰੀਮ ਨੇ, ਉਹ ਕਹਿ ਰਹੇ ਨੇ ਤਾਂ ਵੀ ਮੰਨ ਲਓ, ਤਾਂ ਵੀ ਕੋਈ ਬੜੀ ਗੱਲ ਨਹੀਂ ਉਸ ਲੈਵਲ ਤੇ ਹੁੰਦੀ। ਇੱਕ ਗੱਲ ਹੋਰ ਹੈ ਕਿ ਅਕਾਲੀ ਦਲ ਨੂੰ ਇੱਕ ਪਤਾ ਲੱਗ ਗਿਆ ਕਿ ਮੇਨ ਪੰਥਕ ਜ਼ਮੀਨ ਦੁਬਾਰਾ ਹਾਸਲ ਕੀਤੇ ਤੋਂ ਸਾਡਾ ਵਜੂਦ ਨੰਬਰ ਖੜਾ ਨਹੀਂ ਹੋਏਗਾ। ਇਹ ਸਟ੍ਰੈਟਜੀ ਦੱਸ ਰਹੀ ਹੈ ਕਿ ਉਹ ਅਕਾਲ ਤਖਤ ਤੇ ਵੀ ਜਾਣਗੇ ਤੇ ਕਿਉਂਕਿ ਦੂਜਾ ਬਿਆਨ ਜਿਹੜਾ ਰਾਮ ਰਹੀਮ ਦੇ ਮਾਮਲੇ 'ਚ ਪਹਿਲੀ ਵਾਰ ਹੈ ਅਕਾਲੀ ਦਲ ਨੇ ਇੰਨਾ ਸਖਤ ਇਹ ਬਿਆਨ ਸਟੈਂਡ ਲਿਆ ਕਿ ਇੱਕ ਬਲਾਤਕਾਰੀ ਨੂੰ ਤੇ ਇੱਕ ਸਜ਼ਾ ਜਾਫਤਾ ਬੰਦੇ ਨੂੰ, ਇਹ ਟਰਮੀਨੋਲੋਜੀ ਉਹਦੇ 'ਚ ਉਹਨਾਂ ਨੇ ਜਿਹੜੀ ਡਿਸਕਸ ਕੀਤੀ ਹੈ, ਉਹਨੂੰ ਬਾਰ-ਬਾਰ ਪਰੋਲ ਦੇਣਾ ਪੰਜਾਬ ਤੇ ਸਿੱਖਾਂ ਦੇ ਮਤਲਬ ਉਹਦੇ ਤੇ ਇਹ ਜ਼ਖਮ ਨੂੰ ਕੁਰੇਦਣ ਦੀ ਤਰ੍ਹਾਂ ਹੈ। ਔਰ ਇਹਦੇ ਨਾਲ ਜਿਹੜੀ ਦੂਜੀ ਗੱਲ ਕੀਤੀ ਉਹ ਵੀ ਇੰਟਰਸਟਿੰਗ ਹੈ ਇਸ ਲੈਵਲ ਦੀ ਕਿ ਇਹਨੂੰ ਪੰਜਾਬ ਤੋਂ ਬਾਹਰ ਕਿਸੇ ਹੋਰ ਜੇਲ੍ਹ 'ਚ, ਹੋਰ ਕਿਹੜੀ ਜੇਲ੍ਹ 'ਚ, ਕਾਂਗਰਸ ਪਾਰਟੀ ਦੀਆਂ ਵੀ ਸਰਕਾਰਾਂ ਨੇ ਕਈ ਜਗ੍ਹਾ ਉਹ ਤੋਂ ਵੀ ਬਚਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਨੇ ਵੀ ਕਿਤੇ ਲੋਕ ਇਹ ਨਾ ਕਹਿ ਦੇਣ ਵੀ ਅੱਛਾ ਹੁਣ ਕਾਂਗਰਸ ਵਾਲੀ ਅੱਛਾ ਹਿਮਾਚਲ ਭੇਜ ਦਈਏ, ਅੱਛਾ ਹੁਣ ਕਿਤੇ ਰਾਜਸਥਾਨ ਭੇਜ ਦਈਏ, ਨੇੜੇ ਤੇੜੇ ਨੇ ਇੱਧਰ ਭੇਜ ਦਿੰਦੇ ਆ। ਉਹਨਾਂ ਨੇ ਦਿੱਤਾ ਜਿਵੇਂ ਕਿ ਪੱਛਮੀ ਬੰਗਾਲ ਭੇਜ ਦਿਓ। ਮਤਲਬ ਇਹ ਸਿਆਸਤ ਵੀ ਕਿਵੇਂ ਸਿਆਸਤ ਬਚ ਕੇ ਪੈਰ ਧਰਦੀ ਹੈ। ਅਗਲੇ ਸਵਾਲਾਂ ਦਾ ਵੀ ਜਵਾਬ ਲੱਭਦੀ ਹੈ ਕਿ ਸਾਨੂੰ ਇਹ ਕਾਊਂਟਰ ਸਵਾਲ ਹੋ ਸਕਦਾ ਹੈ। ਇਹਦੇ ਚ ਉਹਨਾਂ ਨੇ ਉਹਨੂੰ ਮਮਤਾ ਬੈਨਰਜੀ ਲੱਗਦੀ ਆ, ਉਹਦੀ ਸਟੇਟ ਵੀ ਚੱਲ ਇਹ ਕਹਿ ਦੋ ਵੀ ਉੱਥੇ ਭੇਜ ਦਿਓ ਜੇਕਰ ਇਸ ਲੈਵਲ ਦੀ ਕੋਈ ਗੱਲ ਕਰਨੀ ਹੈ। ਇਸ ਕਰਕੇ ਇਹ ਜਿਹੜੀ ਗੱਲ ਹੈ ਇਹਦਾ ਮਤਲਬ ਅਕਾਲੀ ਦਲ ਨੇ ਹੁਣ ਇਹ ਮੰਨ ਲਿਆ ਕਿ ਰਾਮ ਰਹੀਮ ਦੇ ਸਾਈਡ ਦੀਆਂ ਵੋਟਾਂ ਸਾਨੂੰ ਨਹੀਂ ਫੇਵਰ ਕਰਦੀਆਂ, ਕਦੇ ਕਰਦੀਆਂ ਹੋਣਗੀਆਂ ਤੇ ਕਦੇ ਕਦੀ ਵਾਰੀ ਸਰਕਾਰ ਬਣਾ ਲਈ। ਅੱਗੇ ਨੂੰ ਪੰਥ ਤੇ ਕਿਸਾਨੀ ਤੇ ਪੰਜਾਬੀ ਜਿਹੜਾ ਬਾਕੀ ਦਾ ਇੱਕ ਏਜੰਡਾ ਹੋਏਗਾ ਉਧਰ ਨੂੰ ਸ਼ਿਫਟ ਹੋਏਗੀ ਤਾਂ ਜਾ ਕੇ ਹੈ। ਹੁਣ ਉਹ ਸ਼ਿਫਟ ਦੇ ਲਈ ਤੁਸੀਂ ਏਜੰਡਾ ਅਪਣਾ ਵੀ ਲਵੋ, ਲੋਕਾਂ ਦਾ ਭਰੋਸਾ ਕਿਵੇਂ ਜਿੱਤਣਾ ਉਹ ਮਾਫੀ ਤੋਂ ਬਿਨਾਂ ਸੰਭਵ। ਉਹਨਾਂ ਦੀ ਆਪਣੀ ਝੂਦਾ ਕਮੇਟੀ ਨੂੰ ਨਹੀਂ ਨਜ਼ਰ ਆਉਂਦਾ, ਉਹਨਾਂ ਦੀ ਆਪਣੀ ਲੀਡਰਸ਼ਿਪ ਨੂੰ ਨਹੀਂ ਨਜ਼ਰ ਆਉਂਦਾ, ਤਾਂ ਬਾਕੀ ਲੋਕਾਂ ਨੂੰ ਤਾਂ ਕੀ ਨਜ਼ਰ ਆਉਣਾ ਇਹਦੇ ਤੋਂ ਬਿਨਾਂ। ਹੋਰ ਤੁਸੀਂ ਠੀਕ ਕਹਿ ਰਹੇ ਹੋ। ਭਾਸਕਰ ਸਾਹਿਬ, ਤੁਹਾਡੇ ਸਮਾਪਤੀ ਸ਼ਬਦ ਮੈਂ ਲੈਣਾ ਚਾਹੂੰਗਾ ਇਸ ਮਾਮਲੇ 'ਚ ਸੰਖੇਪ 'ਚ। ਦੇਖੋ, ਜਿੱਥੇ ਤੱਕ ਪੰਥਕ ਐਡਵਾਈਜ਼ਰੀ ਬੋਰਡ ਦੀ ਗੱਲ ਹੈਗੀ ਹੈ, ਇਹ ਜਿਹੜਾ ਅਕਾਲ ਤਖਤ ਦੇ ਵਿੱਚ ਜਾਣਾ, ਭੁੱਲਾ ਬਖਸ਼ਾਉਣ ਦੀ ਗੱਲ ਕਰਨਾ, ਸਮੁੱਚੀ ਲੀਡਰਸ਼ਿਪ ਦਾ ਜਾਣਾ, ਇਹ ਕੋਈ ਪਹਿਲੀ ਵਾਰ ਗੱਲ ਨਹੀਂ ਹੋਈ ਅਕਾਲੀ ਦਲ ਦੇ ਵਿੱਚ। ਜਦ ਝੋਂਦਾ ਕਮੇਟੀ ਦੀ ਰਿਪੋਰਟ ਗਈ ਸੀ ਉਹਦੇ ਵਿੱਚੋਂ ਵੀ 41-42 ਰਿਕਮੈਂਡੇਸ਼ਨ ਦੇ ਵਿੱਚੋਂ ਇੱਕ ਬੜੀ ਵੱਡੀ ਰਿਕਮੈਂਡੇਸ਼ਨ ਸੀਗੀ ਕਿ ਸਮੁੱਚੀ ਲੀਡਰਸ਼ਿਪ ਜਾਏ। ਔਰ ਪਿਛਲੇ ਦਿਨਾਂ ਦੇ ਵਿੱਚ ਵੀ ਅਕਾਲੀਆਂ ਦੀ ਇੱਕ ਮੀਟਿੰਗ ਹੋਈ, ਉਹਦੇ ਵਿੱਚ ਵੀ ਇਹ ਗੱਲ ਤੁਰੀ ਔਰ ਉਸ ਮੀਟਿੰਗ ਦੇ ਵਿੱਚ ਹੀ ਕੁਝ ਮੈਂਬਰਾਂ ਨੇ ਕਿਹਾ ਕਿ ਕਿਉਂ ਸਮੁੱਚੀ ਲੀਡਰਸ਼ਿਪ ਜਾਏ, ਗਲਤੀ ਤੇ ਸਿਰਫ ਪਰਿਵਾਰ ਦੀ ਹੈ। ਉਹ ਸਮੁੱਚੀ ਲੀਡਰਸ਼ਿਪ ਕਿਉਂ ਜਾ ਕੇ ਅਕਾਲ ਤਖਤ ਦੇ ਸਾਹਮਣੇ ਉਹਨਾਂ ਭੁੱਲਾਂ ਨੂੰ ਬਖਸ਼ਾਇਆ ਜਿਹੜੀ ਉਹਨਾਂ ਨੇ ਭੁੱਲਾਂ ਕੀਤੀਆਂ ਹੀ ਨਹੀਂ, ਕਿਉਂਕਿ ਭੁੱਲਾਂ ਤੇ ਇੱਕ ਖਾਸ ਪਰਿਵਾਰ ਨੇ ਕੀਤੀਆਂ ਸੀ ਤੇ ਮਾਫੀ ਵੀ ਹੁਣ ਪਰਿਵਾਰ ਹੀ ਮੰਗੇ। ਹੁਣ ਪੰਥਕ ਐਡਵਾਈਜ਼ਰੀ ਬੋਰਡ ਨੇ ਵੀ ਇਹੀ ਗੱਲ ਕੀਤੀ ਹੈ। ਹੁਣ ਇਸ ਮੁੱਦੇ ਦੇ ਉੱਤੇ ਅਕਾਲੀ ਦਲ ਕਿੰਨੇ ਕੁ ਅੱਗੇ ਜਾਏਗਾ ਔਰ ਉਹ तमाम ਮੁੱਦੇ ਜਿਨ੍ਹਾਂ ਮੁੱਦਿਆਂ ਦੇ ਉੱਤੇ ਅਕਾਲੀ ਦਲ ਹੁਣ ਖੜਨਾ ਚਾਹੁੰਦਾ ਹੈ, ਜਿੱਦਾਂ ਕਿ ਬੰਦੀ ਸਿੱਖਾਂ ਦਾ ਹੀ ਮੁੱਦਾ ਲੈ ਲਓ। ਬੰਦੀ ਸਿੱਖਾਂ ਦੇ ਮੁੱਦੇ ਦੇ ਉੱਤੇ ਜਦ ਕੁਝ ਅਕਾਲੀ ਦਲ ਬੋਲਦਾ ਹੈ
ਤੇ ਸਵਾਲ ਖੜਾ ਹੁੰਦਾ ਹੈ 10 ਸਾਲ ਤੁਹਾਡੀ ਸਰਕਾਰ ਰਹੀ, ਭਾਜਪਾ ਤੁਹਾਡੀ ਭਾਈਵਾਲ ਪਾਰਟੀ ਸੀ, ਤਦ ਤੁਸੀਂ ਇਸ ਮੁੱਦੇ ਤੇ ਕੀ ਕੀਤਾ? ਹੁਣ ਜਦ ਤੁਸੀਂ ਡੇਰਾ ਮੁਖੀ ਨੂੰ ਬਲਤਕਾਰੀ ਕਹਿੰਦੇ ਹੋ, ਹਤਿਆਰਾ ਕਹਿੰਦੇ ਹੋ, ਫਿਰ ਉਹਨਾਂ ਤੋਂ ਹੀ ਪੁੱਛਿਆ ਜਾਂਦਾ ਵੀ 2017 ਤੋਂ ਤੁਸੀਂ ਇਸ ਬਲਤਕਾਰੀ ਦੀ ਸਪੋਰਟ ਕਿਉਂ ਲਈ ਸੀਗੀ? ਫਿਰ ਜੋ ਵੀ ਮੁੱਦੇ ਦੇ ਉੱਤੇ, ਖਾਸ ਕਰਕੇ ਪਿਛਲੇ ਦਿਨਾਂ ਦੇ ਵਿੱਚ ਅਕਾਲੀ ਦਲ ਜਾਂ ਅਕਾਲੀ ਦਲ ਦੇ ਮੁਖੀ ਪੰਥਕ ਮੁੱਦਿਆਂ ਦੇ ਉੱਤੇ ਵਾਪਸ ਆਉਣਾ ਚਾਹੁੰਦੇ ਸੀ, ਪਰ ਜਿਸ ਮੁੱਦੇ ਦੇ ਉੱਤੇ ਉਹ ਵਾਪਸ ਆਉਣਾ ਚਾਹੁੰਦੇ ਉਸ ਮੁੱਦੇ ਦੇ ਉੱਤੇ ਉਹਨਾਂ ਵਾਸਤੇ ਇੱਕ ਹੋਰ ਵੱਡਾ ਸਵਾਲ ਖੜਾ ਹੋ ਜਾਂਦਾ ਹੈ। ਇਸ ਮੁਸੀਬਤ ਤੋਂ ਅਕਾਲੀ ਦਲ ਕਿੱਦਾਂ ਨਿਕਲੇਗਾ? ਤਿਆਰੀ ਤੇ ਹੁਣ ਇਸ ਐਡਵਾਈਜ਼ਰੀ ਬੋਰਡ ਨੂੰ ਇਹ ਕਰਨੀ ਚਾਹੀਦੀ ਹੈ। ਤੁਸੀਂ ਮੁੜ ਕੇ ਉਹੀ ਸਲਾਹ ਦੇਈ ਜਾਂਦੇ ਹੋ ਜਿਨ੍ਹਾਂ ਸਲਾਹ ਦੇ ਉੱਤੇ ਤੁਹਾਡੀ ਲੀਡਰਸ਼ਿਪ ਇੱਕ ਕਟਹਿਰੇ ਦੇ ਵਿੱਚ ਖੜੀ ਪਾਈ ਜਾਂਦੀ ਹੈ, ਤੇ ਮੈਨੂੰ ਲੱਗਦਾ ਹੈ ਸਲਾਹ ਦੇਈ ਜੋ ਮੰਨੀ ਕਿੰਨੇ ਹੈ, ਮੰਨਣ ਵਾਲੇ ਵੀ ਤੁਹਾਡੇ ਹੀ ਪ੍ਰਧਾਨ ਨੇ ਐਡਵਾਈਜ਼ਰੀ ਬੋਰਡ ਦੇ, ਤੇ ਫਿਰ ਉਹ ਗੱਲ ਉੱਥੇ ਦੀ ਉੱਥੇ ਹੀ ਖੜੀ ਰਹਿੰਦੀ ਹੈ। ਕਈ ਵਾਰੀ ਨਾ ਬਹੁਤ ਮੁਸ਼ਕਲ ਵੀ ਹੋ ਜਾਂਦੀ ਹੈ। ਹੁਣ ਅਕਾਲੀ ਦਲ ਨੇ ਸੰਗਰੂਰ ਦੀ ਜ਼ਿਮਨੀ ਚੋਣ ਤੋਂ ਪਹਿਲਾਂ ਹਰ ਪੈਂਤੜਾ ਅਖਤਿਆਰ ਕੀਤਾ, ਆਪਣੇ ਘੋਰ ਵਿਰੋਧੀ ਔਰ ਵਿਚਾਰਧਾਰਕ ਤੌਰ ਤੇ ਵੀ ਇੱਕ ਬਿਲਕੁਲ ਦੂਜੀ ਸਾਈਡ ਤੇ ਖੜੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਉਹ ਘਰੇ ਵੀ ਚਲੇ ਗਏ, ਔਰ ਉਹਨਾਂ ਨੇ ਫਿਰ ਉਸ ਸੈਂਸਿਟਿਵ ਮੁੱਦੇ ਦੇ ਉੱਤੇ ਇਲੈਕਸ਼ਨ ਲੜੀ। ਬਲਵੰਤ ਸਿੰਘ ਰਾਜੋਆਣਾ ਦੀ ਸਿਸਟਰ ਨੂੰ ਇਲੈਕਸ਼ਨ ਲੜਾਉਣ ਤੋਂ ਬਾਅਦ ਵੀ ਜੇਕਰ ਸਭ ਤੋਂ ਅਖੀਰਲੇ ਨੰਬਰ ਤੇ ਸਿਆਸੀ ਪਾਰਟੀਆਂ ਚੋਂ ਆਉਂਦੇ ਨੇ ਤਾਂ ਉਹ ਕਰਨ ਵੀ ਕੀ? ਇਹ ਤਾਂ ਮੰਥਨ ਕਰਕੇ ਵੀ ਕੁਝ ਨਹੀਂ ਨਿਕਲਦਾ। ਤੁਸੀਂ ਠੀਕ ਕਹਿ ਰਹੇ ਹੋ ਕਿ ਹਰੇਕ ਮੁੱਦੇ ਤੇ ਅੱਗੋਂ ਸਾਹਮਣੇ ਉਹ ਲੋਕ ਪ੍ਰਵਾਨਗੀ ਨਹੀਂ ਮਿਲ ਰਹੀ। ਆਖਿਰ ਕੌਣ ਇਹਦੇ ਵਿੱਚ ਕੀ ਲੀਡਰਸ਼ਿਪ ਦੀ ਤਬਦੀਲੀ ਤੋਂ ਲੈ ਕੇ ਅਹਿਮ ਮਾਮਲੇ ਪਾਸੇ ਰੱਖ ਕੇ, ਇਹਦਾ ਮਤਲਬ ਹੈ ਕਿ ਜੋ ਕਰਨ ਦੀ ਲੋੜ ਹੈ ਉਹ ਨਹੀਂ ਕੀਤਾ ਜਾਂਦਾ, ਤੇ ਜੋ ਕੀਤਾ ਜਾ ਰਿਹਾ ਉਹਨੂੰ ਲੋਕ ਮੰਨਣ ਲਈ ਤਿਆਰ ਨਹੀਂ। ਖੈਰ, ਇਹ ਕਵਾਇਦ ਤਾਂ ਚੱਲਦੀ ਰਹੂਗੀ। ਹੁਣ ਇਲੈਕਸ਼ਨ ਬਹੁਤ ਦੂਰ ਆ ਜੇ, 2027 ਤੱਕ ਜਾਂਦਿਆਂ ਕੀ ਬਣਦਾ ਹੈ, ਕਿਉਂਕਿ 24 ਇੰਨੀ ਸ਼ਾਇਦ ਅਹਿਮੀਅਤ ਨਹੀਂ ਰੱਖਦੀ। 24 ਦੇ ਵਿੱਚ ਕੁਝ ਹੋਰ ਹੋਣ ਵਾਲਾ ਹੈ, ਇੰਜ ਲੋਕ ਕਿਆਸ ਕਰਦੇ ਆ। ਨਵਜੋਤ ਸਿੰਘ ਸਿੱਧੂ ਦੀ ਰਿਹਾਈ ਔਰ ਉਹਦੇ ਨਾਲ ਜੁੜੀ ਪੋਲਿਟਿਕਸ ਨੂੰ ਵੀ ਇਹ ਜੋੜ ਕੇ ਦੇਖਿਆ ਜਾ ਰਿਹਾ ਕਿ 24 ਦੇ ਵਿੱਚ ਮੁਕਾਬਲਾ ਕਿੰਨਾ ਧਿਰਾਂ 'ਚ ਹੋਊਗਾ। ਕੀ ਬੀਜੇਪੀ ਵੀ ਮੇਨ ਧਿਰ ਵਜੋਂ ਮੁਕਾਬਲੇ 'ਚ ਹੋਊਗੀ, ਜਾਂ ਕਾਂਗਰਸ ਦਾ ਇਹ ਗਰੁੱਪ ਜਿਹਨੂੰ ਨਵਜੋਤ ਸਿੰਘ ਸਿੱਧੂ ਲੀਡ ਕਰਨਗੇ, ਇਹ ਵੀ ਆਮ ਆਦਮੀ ਪਾਰਟੀ ਸੱਤਾਧਾਰੀਆਂ ਨੂੰ ਟੱਕਰ ਦੇਣਗੇ? ਅਜੀਬ ਜਿਹੇ ਸਮੀਕਰਨ ਬਣਨ ਵਾਲੇ ਆ। ਬਹੁਤ ਮਿਹਰਬਾਨੀ। ਧੰਨਵਾਦ ਜੀ। ਸ਼ੁਕਰੀਆ ਜੀ।